ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੂਪੈ ਸੁਆਮੀ, ਮਾਨਸ ਕੀ ਗਤ ਏਹੀ। ਬਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਵਤ ਖਸਾਮਦੀ, ਨੋਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ ਕੱਟੀਐ। ਸਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਸਾ ਮਹਲਾ ਪੰਜਵਾ। ਜਨਮ ਜਨਮ ਕੀ ਮਲ ਧੋਵੈ ਪਰਾਈ, ਆਪਣਾ ਕੀਤਾ ਪਾਵੈ। ਇਹਾਂ ਸੁਖ ਨਹੀਂ ਦਰਗਹਿ ਢੋਈ, ਜਮਪੁਰ ਜਾਏ ਪਚਾਵੈ। ਜਨਮ ਜਨਮ ਕੀ ਮਲ ਧੋਵੈ ਪਰਾਈ, ਆਪਣਾ ਕੀਤਾ ਪਾਵੈ। ਇਹਾਂ ਸੁਖ ਨਹੀਂ ਦਰਗਹਿ ਢੋਈ, ਜਮਪੁਰ ਜਾਏ ਪਚਾਵੈ। ਨਿੰਦਕ ਅਹਲਾ ਜਨਮ ਗਵਾਇਆ, ਪਹੁੰਚ ਨਾ ਸਕੈ ਕਾਹੂ ਬਾਤੈ। ਆਗੈ ਠੌਰ ਨਾ ਪਾਇਆ ਰਹਾਉ, ਕਿਰਤ ਪਿਆ ਨਿੰਦਕ ਬਪੁਰੇ ਕਾ। ਕਿਆ ਓ ਕਰੈ ਵਿਚਾਰਾ, ਤਹਾਂ ਬੇਗੋਤਾ ਜਹ ਕੋਇ ਨਾ ਰਾਖੈ। ਓ ਕਿਸ ਪੈ ਕਰੇ ਪੁਕਾਰਾ, ਨਿੰਦਕ ਕੀ ਗਤ ਕਤਹੂ ਨਾਹੀ। ਖਸਮੈ ਏਵੈ ਭਾਣਾ, ਜੋ ਜੋ ਨਿੰਦ ਕਰੇ ਸੰਤਨ ਕੀ। ਤਿਉ ਸੰਤਨ ਸੁਖ ਮਾਨਾ, ਸੰਤਾਂ ਕੀ ਟੇਕ ਤੁਮਾਰੀ ਸੁਆਮੀ। ਤੂੰ ਸੰਤਨ ਕਾ ਸਹਾਈ, ਕਹੋ ਨਾਨਕ ਸੰਤ ਹਰ ਰਾਖੇ। ਨਿੰਦਕ ਦੀਏ ਰੁੜਾਈ, ਸੰਤਾਂ ਟੇਕ ਤੁਮਾਰੀ ਸੁਆਮੀ। ਤੂੰ ਸੰਤਨ ਕਾ ਸਹਾਈ, ਕਹੋ ਨਾਨਕ ਸੰਤ ਹਰ ਰਾਖੇ।
ਨਿੰਦਕ ਦੀਏ ਰੁੜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ। ਗੁਰੂ ਰਾਮਦਾਸ ਰਾਖੋ ਸ਼ਰਨਾਈ। ਭੂਲੇ ਮਾਰਗ ਜਿਨਹ ਬਤਾਇਆ। ਐਸਾ ਗੁਰ ਵਡ ਭਾਗੀ ਪਾਇ। ਸਿਮਰ ਮਨਾ ਰਾਮ ਨਾਮ ਚਿਤਾਰੇ। ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਬੰਧਨ ਕਾਟ ਮੁਕਤ ਗੁਰ ਕੀ ਨਾਮ। ਅਗਨ ਸਾਗਰ ਬੂੜਤ ਸੰਸਾਰਾ। ਨਾਨਕ ਬਾਹਾਂ ਪਕੜ ਸਤ ਗੁਰ ਨਿਸਤਾਰਾ। ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਾਧ ਸੰਗਤ ਜੀਓ, ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਵਿੱਚ ਦੇ ਦੀਵਾਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਲੜੀਵਾਰ ਚੱਲਦੀ ਵਿਚਾਰ ਵਿੱਚੋਂ ਅੱਜ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਇਹ ਅੰਮ੍ਰਿਤਮਈ ਬਾਣੀ ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 380 ਉੱਪਰ ਸ਼ੋਭਾਇਮਾਨ ਹੈ। ਅੱਜ ਦਾ ਇਹ ਸਾਰਾ ਸ਼ਬਦ ਇੱਕ ਉਸ ਭੁੱਲੇ ਭਟਕੇ ਜੀਵ ਦੇ ਸੰਬੰਧ ਵਿੱਚ ਸਤਿਗੁਰਾਂ ਨੇ ਉਚਾਰਨ ਕੀਤਾ ਹੈ, ਜਿਹੜਾ ਪ੍ਰਭੂ ਦੇ ਪਿਆਰਿਆਂ ਦੀ ਨਿੰਦਾ ਵਿੱਚ ਜੀਵਨ ਗੁਜ਼ਾਰ ਰਿਹਾ ਹੈ, ਜਿਸ ਦਾ ਕਾਰੋਬਾਰ ਨਿੰਦਾ ਕਰਨਾ ਬਣ ਜਾਂਦਾ ਹੈ। ਸਤਿਗੁਰੂ ਅੱਜ ਉਸ ਦੀ ਵਿਆਖਿਆ ਕਰਦੇ ਨੇ। ਕਹਿਣ ਲੱਗੇ, ਐਸਾ ਮਨੁੱਖ ਪ੍ਰਭੂ ਦੇ ਪਿਆਰਿਆਂ ਦੀ, ਸੰਤਾਂ ਦੀ, ਗੁਰਮੁਖਾਂ ਦੀ ਨਿੰਦਾ ਕਰਕੇ ਆਪਣੇ ਜੀਵਨ ਨੂੰ ਨਸ਼ਟ ਕਰ ਲੈਂਦਾ ਹੈ ਔਰ ਬੜਾ ਹੀ ਸੁੰਦਰ ਜੀਵਨ ਜੋ ਪਰਮਾਤਮਾ ਵੱਲੋਂ ਮਿਲਿਆ ਹੈ, ਉਹਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੋਇਆ ਹੈ। ਨਿੰਦਿਆ ਕਰਨ ਵਾਲਾ ਵਿਅਕਤੀ ਦੂਸਰਿਆਂ ਦੀ ਮੈਲ ਉਤਾਰ ਕੇ ਆਪਣੇ ਕੋਲ ਇਕੱਠੀ ਕਰ ਲੈਂਦਾ ਤੇ ਇੱਕ ਤਰ੍ਹਾਂ ਦੇ ਨਾਲ
ਉਹ ਮੈਲ ਦਾ ਭਰਿਆ ਹੋਇਆ ਥੈਲਾ ਬਣ ਜਾਂਦਾ ਹੈ। ਉਸ ਨੂੰ ਲੋਕ ਪਰਲੋਕ ਵਿੱਚ ਢੋਈ ਨਹੀਂ ਮਿਲਦੀ, ਨਿੰਦਕ ਦੀ ਕੋਈ ਦਵਾਈ ਵੀ ਨਹੀਂ ਹੈ। ਪਰ ਐਸਾ ਮਨੁੱਖ ਇਹ ਨਿੰਦਾ ਕਿਉਂ ਕਰਦਾ ਹੈ? ਸਤਿਗੁਰਾਂ ਨੇ ਅੱਜ ਇੱਕ ਹੋਰ ਬਚਨ ਕਿਹਾ ਹੈ। ਕਹਿਣ ਲੱਗੇ, ਨਿੰਦਕ ਇਸ ਜਨਮ ਵਿੱਚ ਹੀ ਨਿੰਦਕ ਨਹੀਂ ਬਣਿਆ, ਉਸਨੇ ਪਿਛਲੇ ਕਿਸੇ ਜਨਮਾਂ ਦੇ ਅੰਦਰ ਕਿਸੇ ਨਿੰਦਕ ਦੀ ਸੰਗਤ ਕੀਤੀ ਹੈ ਤੇ ਨਿੰਦਕਾਂ ਦੀ ਸੰਗਤ ਕਰ ਕਰਕੇ ਉਹਨੂੰ ਨਿੰਦਿਆ ਕਰਨ ਦਾ ਚਸਕਾ ਇੱਕ ਰਸ ਬਣ ਗਿਆ ਹੈ। ਉਹਦੇ ਸੰਸਕਾਰਾਂ ਵਿੱਚ, ਉਹਦੇ ਮਨ ਵਿੱਚ, ਉਹਦੇ ਖਿਆਲਾਂ ਵਿੱਚ ਨਿੰਦਿਆ ਰਚੀ ਹੋਈ ਹੈ। ਜਾਂ ਇਉਂ ਕਹੀਏ, ਉਹਦੀ ਖੁਰਾਕ ਨਿੰਦਿਆ ਹੈ। ਜਿੰਨਾ ਚਿਰ ਉਹ ਦਿਨੇ ਕਿਸੇ ਦੀ ਨਿੰਦਿਆ ਨਹੀਂ ਕਰਦਾ, ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਉਹਦੀ ਖੁਰਾਕ ਨਿੰਦਿਆ ਬਣ ਜਾਂਦੀ ਹੈ। ਪਰ ਇਹ ਨਿੰਦਾ ਅਖੀਰ ਨੂੰ ਮਨੁੱਖ ਨੂੰ ਭ੍ਰਸ਼ਟ ਕਰ ਦਿੰਦੀ ਹੈ। ਪਰ ਪ੍ਰਭੂ ਦੇ ਪਿਆਰੇ ਉਸ ਨਿੰਦਕ ਦੇ ਜਵਾਬ ਵਿੱਚ ਕੋਈ ਵੀ ਐਕਸ਼ਨ ਕਾਰਵਾਈ ਨਹੀਂ ਕਰਦੇ, ਸਗੋਂ ਜਿਉਂ-ਜਿਉਂ ਉਹਨਾਂ ਦੀ ਨਿੰਦਾ ਹੁੰਦੀ ਹੈ ਤਿਉਂ-ਤਿਉਂ ਉਹਨਾਂ ਦੀ ਵਡਿਆਈ ਵੱਡੀ ਹੁੰਦੀ ਜਾਂਦੀ ਹੈ, ਤਿਉਂ-ਤਿਉਂ ਉਹਨਾਂ ਦਾ ਮਨ ਹੋਰ ਪਰਮਾਤਮਾ ਦੇ ਚਰਨਾਂ ਨਾਲ ਜੁੜਦਾ ਹੈ। ਕਿਉਂਕਿ ਨਿੰਦਕ ਦੁਆਰਾ ਕੀਤੇ ਹੋਏ ਕੁਝ ਨਾ ਕੁਝ ਧਰਮ ਦੇ ਕਰਮ ਦਾ ਲਾਭ ਵੀ ਉਹਨਾਂ ਨੂੰ ਮਿਲ ਜਾਂਦਾ ਹੈ। ਇਸ ਕਰਕੇ ਉਹਨਾਂ ਦੀ ਟੇਕ ਪਰਮਾਤਮਾ ਤੇ ਹੈ। ਪ੍ਰਭੂ ਦੇ ਪਿਆਰਿਆਂ ਦਾ ਜੀਵਨ ਪਰਮਾਤਮਾ ਦੀ ਆਸ ਤੇ ਹੈ। ਹਾਂ, ਉਹ ਫਿਰ ਵੀ ਨਿੰਦਕ ਦਾ ਮਾੜਾ ਨਹੀਂ ਮੰਗਦੇ, ਭਲਾ ਤਾਂ ਉਸ ਦਾ ਲੋਚਦੇ ਨੇ। ਪਰ ਕੁਦਰਤ ਦਾ ਨਿਯਮ ਇਸ ਤਰ੍ਹਾਂ ਦਾ ਹੈ ਕਿ ਨਿੰਦਕ ਜਿਹੜਾ ਹੈ ਉਹਨੂੰ ਪਰਮਾਤਮਾ ਇਤਨੀ ਜਲਦੀ ਬਖਸ਼ਦਾ ਨਹੀਂ ਹੈ। ਰੱਬ ਦੇ ਪਿਆਰਿਆਂ ਦੀ ਸ਼ੁਰੂ ਤੋਂ ਨਿੰਦਿਆ ਕਿਉਂ ਹੋਈ, ਇਹਦਾ ਕਾਰਨ ਕੀ ਹੈ, ਆਪਾਂ ਬਾਣੀ ਵਿੱਚੋਂ ਲੱਭਣ ਦਾ ਯਤਨ ਕਰਨਾ ਹੈ। ਕਿਹੜੀਆਂ ਚੀਜ਼ਾਂ ਨੂੰ ਵੇਖ ਕੇ ਮਨੁੱਖ ਐਸੇ ਵਿਅਕਤੀਆਂ ਦੀ ਨਿੰਦਿਆ ਵਿੱਚ ਪੈ ਜਾਂਦਾ ਹੈ, ਉਹ ਕਾਰਨ ਕਿਉਂ ਬਣਦੇ ਨੇ, ਉਹ ਗੱਲਾਂ ਕਿਉਂ ਹੁੰਦੀਆਂ ਨੇ ਜਿਨ੍ਹਾਂ ਕਰਕੇ ਮਨੁੱਖ, ਆਮ ਵਿਅਕਤੀ ਕਿਸੇ ਰੱਬ ਦੇ ਪਿਆਰੇ ਨੂੰ ਵੇਖ ਕੇ ਉਹਦੇ ਵਿਰੋਧ ਵਿੱਚ ਦਿਨ ਰਾਤ ਬੋਲਣ ਲੱਗ ਪੈਂਦਾ ਹੈ ਤੇ ਸਹਿਜੇ ਸਹਿਜੇ ਉਹਦਾ ਜੀਵਨ ਸਾਰਾ ਨਿੰਦਿਆ ਨਾਲ ਭਰਿਆ ਜਾਂਦਾ ਹੈ। ਆਓ ਗੁਰਬਾਣੀ ਦੇ ਅੰਦਰ ਪ੍ਰਭੂ ਦੇ ਪਿਆਰਿਆਂ ਦੇ ਗੁਣ ਤੇ ਨਿੰਦਕ ਵੱਲੋਂ ਕੀਤੀ ਹੋਈ ਨਿੰਦਿਆ, ਪਰਾਈ ਮੈਲ ਧੋਣੀ, ਸਤਿਗੁਰਾਂ ਨੇ ਇਸ ਅਵਗੁਣ ਦਾ ਵਰਣਨ ਆਪਣੀ ਬਾਣੀ ਵਿੱਚ ਕਿਸ ਢੰਗ ਨਾਲ ਕੀਤਾ ਹੈ, ਆਪਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਨਿਰਪੱਖ ਹੋ ਕੇ ਗੁਰੂ ਚਰਨਾਂ ਨਾਲ ਜੁੜਨ ਦਾ ਯਤਨ ਕਰਾਂਗੇ। ਸਮੂਹ ਸਾਧ ਸੰਗਤ ਵਿਚਾਰ ਆਰੰਭਣ ਤੋਂ ਪਹਿਲਾਂ ਕਰੋ ਕਿਰਪਾਲਤਾ, ਰਸਨਾ ਕਰੋ ਪਵਿੱਤਰ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ। ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾਮ ਜਪਣ ਵਾਲੇ ਮਨੁੱਖ ਦਾ ਜੀਵਨ ਆਮ ਵਿਅਕਤੀ ਤੋਂ ਅਲੱਗਾ ਤੇ ਵੱਖਰਾ ਹੋ ਜਾਂਦਾ ਹੈ। ਇਸ ਕਰਕੇ ਉਹਦਾ ਜੀਵਨ ਇਸ ਦੁਨੀਆ ਦੇ ਨਾਲ ਮਿਲਦਾ ਨਹੀਂ ਹੈ। ਸਤਿਗੁਰੂ ਨੇ ਬਾਣੀ ਵਿੱਚ ਇਸ ਸੰਬੰਧ ਵਿੱਚ ਬਚਨ ਕਹੇ ਨੇ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਉਹਨਾਂ ਦੇ ਜੀਵਨ ਦਾ ਢੰਗ, ਉਹਨਾਂ ਦੀ ਦੁਨੀਆ ਤਬਦੀਲ ਹੋ ਜਾਂਦੀ ਹੈ। ਜਿਹੜਾ ਮਨੁੱਖ ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਕਰਦਾ ਹੈ, ਨਾਮ ਨਾਲ ਜੁੜ ਜਾਂਦਾ ਹੈ, ਧਰਮ ਨਾਲ ਜੁੜ ਜਾਂਦਾ ਹੈ, ਗੁਰਮਤ ਅਨੁਸਾਰ ਜੀਵਨ ਬਿਤਾਉਣ ਲੱਗ ਪੈਂਦਾ, ਉਹਦੀ ਸਾਰੀ ਦੀ ਸਾਰੀ ਦੁਨੀਆ ਬਦਲ ਜਾਂਦੀ ਹੈ। ਉਹ ਰਹਿੰਦਾ ਇਸ ਦੁਨੀਆ ਵਿੱਚ ਪਰ ਉਹਦੀ ਵਿਚਾਰ ਮੰਡਲ, ਵਿਚਾਰਧਾਰਾ ਹੋਰ ਕਿਸੇ ਦੁਨੀਆ ਨਾਲ ਜੁੜ ਜਾਂਦੀ। ਇਸ ਕਰਕੇ ਉਹਦਾ ਇਸ ਸੰਸਾਰ ਦੇ ਲੋਕਾਂ ਨਾਲ ਕੋਈ ਜ਼ਿਆਦਾ ਤਾਲਮੇਲ ਨਹੀਂ ਬੈਠਦਾ, ਵਖਰੇਵਾਂ ਆ ਜਾਂਦਾ, ਵੱਖਰਾਪਣ ਆ ਜਾਂਦਾ। ਸਾਹਿਬ ਇਹਨੂੰ ਕਹਿੰਦੇ ਨੇ ਭਗਤਾਂ ਕੀ ਚਾਲ। ਚਾਲ ਦਾ ਅਰਥ ਹੈ ਜਿਉਣ ਦਾ ਢੰਗ,
ਭਗਤਾਂ ਕੀ ਚਾਲ ਨਿਰਾਲੀ। ਨਿਰਾਲੀ ਦਾ ਅਰਥ ਵੱਖਰੀ ਹੈ, ਉਹਨਾਂ ਦਾ ਮਿਲਾਪ ਨਹੀਂ ਹੁੰਦਾ ਸੰਸਾਰੀਆਂ ਨਾਲ। ਕਿਹੜੀ ਉਹਨਾਂ ਦੀ ਚਾਲ ਵੱਖਰੀ ਹੋ ਜਾਂਦੀ ਹੈ? ਕਹਿਣ ਲੱਗੇ ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲੱਭ, ਲੋਭ, ਅਹੰਕਾਰ, ਤਜ ਤ੍ਰਿਸ਼ਨਾ, ਇਹ ਚੀਜ਼ਾਂ ਉਹਨਾਂ ਦੇ ਜੀਵਨ ਵਿੱਚੋਂ ਘਟ ਜਾਂਦੀਆਂ ਨੇ। ਲੱਭ ਦਾ ਅਰਥ ਹੈ ਮੂੰਹ ਦਾ ਸਵਾਦ, ਖਾਣੇ ਪੀਣੇ ਦਾ ਸਵਾਦ। ਲੋਭ, ਉਹਨਾਂ ਦਾ ਜੀਵਨ ਸਬਰ ਨਾਲ ਭਰਿਆ ਜਾਂਦਾ, ਸੰਤੋਖ ਨਾਲ ਭਰੇ ਜਾਂਦੇ ਨੇ। ਲੱਭ, ਲੋਭ, ਅਹੰਕਾਰ, ਨਾ ਉਹ ਖੁਦ ਹੰਕਾਰੀ ਹੁੰਦੇ ਨੇ ਤੇ ਨਾ ਉਹਨਾਂ ਦੀ ਹੰਕਾਰੀਆਂ ਨਾਲ ਬਣਦੀ ਹੈ। ਲੱਭ, ਲੋਭ, ਅਹੰਕਾਰ, ਤਜ ਤ੍ਰਿਸ਼ਨਾ। ਤ੍ਰਿਸ਼ਨਾ ਉਹਨਾਂ ਦੇ ਸੁਭਾਅ ਵਿੱਚ ਨਹੀਂ ਰਹਿੰਦੀ, ਉਹ ਤੜਫਦੇ ਨਹੀਂ ਸੰਸਾਰ ਦੇ ਪਦਾਰਥਾਂ ਵਾਸਤੇ। ਤੇ ਪੰਜਵੀਂ ਗੱਲ ਕਹੀ ਬਹੁਤ ਨਾ ਹੀ ਬੋਲਣਾ, ਉਹ ਜ਼ਿਆਦਾ ਬੋਲਦੇ ਨਹੀਂ ਹਨ। ਯਾਨੀ ਕਿ ਜੀਵਨ ਦੀ ਹਰ ਇੱਕ ਸ਼ਕਤੀ ਨੂੰ ਉਹ ਲੋੜ ਲਈ ਵਰਤਦੇ ਨੇ, ਬਿਨਾਂ ਲੋੜ ਤੋਂ ਨਹੀਂ। ਉਹਨਾਂ ਦਾ ਜੀਵਨ ਇੱਕ ਸੰਜਮ ਵਿੱਚ ਆ ਜਾਂਦਾ ਹੈ, ਬਹੁਤ ਨਾ ਹੀ ਬੋਲਣਾ। ਹੁਣ ਇੱਥੇ ਧਿਆਨ ਦੇਣਾ, ਇਹ ਪੰਜ ਚੀਜ਼ਾਂ ਨੇ, ਲੱਭ, ਲੋਭ, ਅਹੰਕਾਰ, ਤ੍ਰਿਸ਼ਨਾ ਤੇ ਘੱਟ ਬੋਲਣਾ। ਤੇ ਜੇ ਸੰਸਾਰ ਦੇ ਲੋਕਾਂ ਵੱਲ ਵੇਖੀਏ ਤੇ ਪੰਜੇ ਦੀਆਂ ਪੰਜੇ ਸਾਡੇ ਵਿੱਚੋਂ ਬਾਹਰ ਵਗਦੀਆਂ ਨੇ ਪਈਆਂ, ਇੰਨੀਆਂ ਭਰੀਆਂ ਹੋਈਆਂ ਨੇ। ਸਾਡੇ ਦੁਆਲੇ ਖਿਲਰ ਰਹੀਆਂ ਨੇ ਚੀਜ਼ਾਂ ਤੇ ਉਹਨਾਂ ਦੇ ਅੰਦਰ ਹੈ ਹੀ ਨਹੀਂ। ਤੇ ਸੁਭਾਵਿਕ ਤੌਰ ਤੇ ਆਪਾਂ ਇਹ ਅੱਜ ਵੇਖਣਾ ਹੈ ਵੀ ਇਹ ਵਿਰੋਧ ਕਿਉਂ ਪੈਦਾ ਹੁੰਦਾ ਹੈ, ਨਿੰਦਾ ਕਿਉਂ ਪੈਦਾ ਹੁੰਦੀ ਹੈ। ਨਿੰਦਾ ਉਦੋਂ ਪੈਦਾ ਹੁੰਦੀ ਹੈ ਜਦੋਂ ਤਾਲਮੇਲ ਨਹੀਂ ਬੈਠਦਾ, ਜਾਂ ਤੇ ਮਨੁੱਖ ਜ਼ਿਆਦਾ ਉੱਚਾ ਚਲਾ ਜਾਂਦਾ ਹੈ ਜਾਂ ਨੀਵਾਂ ਚਲਾ ਜਾਂਦਾ ਹੈ। ਇਹ ਪੰਜ ਅਵਗੁਣ ਉਹਨਾਂ ਦੇ ਅੰਦਰ ਨਹੀਂ ਹਨ। ਤੇ ਜਿਹੜਾ ਮਨੁੱਖ ਸੰਸਾਰੀ ਦ੍ਰਿਸ਼ਟੀ ਵਿੱਚ ਜਿਉਂਦਾ ਪਿਆ, ਉਹਦੇ ਅੰਦਰ ਇਹ ਪੰਜੇ ਅਵਗੁਣ ਭਰੇ ਪਏ ਨੇ। ਇਸ ਕਰਕੇ ਦੋਵਾਂ ਦੀ ਆਪਸ ਵਿੱਚ ਬਣਦੀ ਨਹੀਂ ਹੈ। ਬਹੁਤ ਨਾ ਹੀ ਬੋਲਣਾ। ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਇਹ ਬਚਨ ਕਹੇ ਨੇ ਸੰਸਾਰ ਦੇ ਸੰਬੰਧ ਵਿੱਚ, ਕਿ ਸੰਸਾਰ ਨੂੰ ਖੁਸ਼ ਕਰ ਸਕੀਏ, ਸੰਸਾਰ ਨਿੰਦਿਆ ਨਾ ਕਰੇ। ਪ੍ਰਭੂ ਦੇ ਪਿਆਰੇ ਇਸ ਚੀਜ਼ ਦਾ ਜ਼ਿਆਦਾ ਫਿਕਰ ਨਹੀਂ ਕਰਦੇ ਕਿ ਸੰਸਾਰ ਉਸਤਤ ਕਰੇ ਜਾਂ ਸੰਸਾਰ ਨਿੰਦਾ ਕਰੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਆਪਾਂ ਯਤਨ ਕਰਾਂਗੇ, ਇੱਕ ਬੰਦਾ 5 ਸਾਲ ਉਸਤਤ ਕਰਦਾ ਰਹੇਗਾ ਤੇ ਇੱਕ ਦਿਨ ਉਹਨੇ ਫਿਰ ਨਿੰਦਿਆ ਕਰਨੀ ਸ਼ੁਰੂ ਕਰ ਦੇਣੀ ਹੈ। ਉਹ ਪਰਮਾਨੈਂਟ ਨਹੀਂ ਹੈ, ਪੱਕਾ ਨਹੀਂ ਹੈ। ਤੇ ਸਿਆਣਾ ਮਨੁੱਖ ਉਸ ਚੀਜ਼ ਨੂੰ ਚੁਣਦਾ ਜਿਹੜੀ ਲਗਾਤਾਰਤਾ ਬਣਾਉਂਦੀ ਹੈ, ਜਿਹਦੀ ਕੋਈ ਲੰਬੀ ਬੁਨਿਆਦ ਹੈ, ਜਿਹਦੀ ਗਰੰਟੀ ਹੈ। ਜਿਹੜੀ ਚੀਜ਼ ਕੁਝ ਸਾਲਾਂ ਵਾਸਤੇ, ਉਹਨੂੰ ਅਸੀਂ ਨਹੀਂ ਚੁਣਦੇ ਸੰਸਾਰ ਵਿੱਚ। ਇਸ ਕਰਕੇ ਉਸ ਉਸਤਤ ਦੀ ਤੇ ਨਿੰਦਿਆ ਦੀ ਕੋਈ ਪਰਵਾਹ ਨਹੀਂ ਕਰਦਾ। ਉਹਨੂੰ ਇਹ ਵੀ ਪਤਾ ਹੈ ਕਿ ਅੱਜ ਜਿਹੜੇ ਲੋਕ ਨਿੰਦਾ ਕਰ ਰਹੇ ਨੇ, ਕੱਲ ਨੂੰ ਇਹਨਾਂ ਨੇ ਉਸਤਤ ਕਰਨ ਲੱਗ ਪੈਣਾ ਹੈ। ਇਹ ਤੇ ਬਦਲਦੀ ਹੋਈ ਹਵਾ ਹੈ। ਇਸ ਕਰਕੇ ਉਹ ਇਸ ਚੀਜ਼ ਤੋਂ ਉੱਚਾ ਉੱਠ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ 2 ਗੱਲਾਂ ਕਹੀਆਂ ਨੇ। ਕਿਸੇ ਨੇ ਕਿਹਾ, ਕਿਉਂਕਿ ਕਈ ਮਹੀਨੇ ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਵਿੱਚ, ਆਪਣੇ ਘਰ ਵਿੱਚ ਰਹਿਣ ਲੱਗ ਪੈਂਦੇ ਸਨ, ਬੋਲਦੇ ਨਹੀਂ ਸਨ। ਬਚਪਨ ਵਿੱਚ ਕਿੰਨਾ ਚਿਰ ਉਹਨਾਂ ਨੇ ਬੋਲਣਾ ਨਹੀਂ, ਥੋੜਾ ਜਿਹਾ ਬੋਲਣਾ ਲੋੜ ਵਾਸਤੇ, ਕਿਉਂਕਿ ਲੋੜ ਜ਼ਰੂਰਤ ਨਹੀਂ ਰਹਿੰਦੀ ਬੋਲਣ ਦੀ। ਉਹਨਾਂ ਨੂੰ ਇੰਨਾ ਕੁਝ ਅੰਦਰੋਂ ਮਿਲ ਜਾਂਦਾ ਹੈ ਕਿ ਬਾਹਰ ਵੇਖਣੇ ਨਹੀਂ ਪੈਂਦਾ। ਜਦੋਂ ਉਹਨਾਂ ਨੇ ਘੱਟ ਬੋਲਿਆ ਤੇ ਕਿਸੇ ਨੇ ਕਿਹਾ ਬਈ ਇਹ ਨਾਨਕ ਠੀਕ ਨਹੀਂ ਹੈ, ਤ੍ਰਿਪਤਾ ਦਾ ਲੜਕਾ ਜਿਹੜਾ ਹੈ ਇਹ ਤੇ ਬੋਲਦਾ ਹੀ ਨਹੀਂ, ਬਿਮਾਰ ਹੈ, ਇਹਦਾ ਇਲਾਜ ਕਰਾਉਣਾ ਚਾਹੀਦਾ। ਅਸਲ ਵਿੱਚ ਦੁਨੀਆ ਦੇ ਬਿਮਾਰ ਲੋਕ ਧਾਰਮਿਕ ਲੋਕਾਂ ਦੇ ਇਲਾਜ ਦੀ ਗੱਲ ਕਰਦੇ ਨੇ, ਪਰ ਮੇਰੇ ਸਤਿਗੁਰੂ ਅੱਜ ਕਹਿ ਰਹੇ ਨੇ ਆ ਜਿੰਨੇ ਨਿੰਦਕ ਨੇ ਇਹਨਾਂ ਨੂੰ ਹਸਪੀਟਲ ਵਿੱਚ ਭੇਜ ਦੇਣਾ ਚਾਹੀਦਾ ਹੈ, ਕਿਉਂਕਿ ਬੜੇ ਵੱਡੇ ਬਿਮਾਰ ਨੇ। ਸੱਚ ਜਾਣੋ, ਜੇ ਇਹਨਾਂ ਦਾ ਮੁਆਇਨਾ ਕੀਤਾ ਜਾਏ ਤੇ ਬਿਮਾਰ ਨਿਕਲਣਗੇ। ਜੇ ਇਹਨਾਂ ਦੇ ਟੈਸਟ ਕੀਤੇ ਜਾਣ, ਜਿਹੜੇ ਹਰ ਰੋਜ਼ ਵੱਡੇ ਨਿੰਦਿਆ ਨਾਲ ਭਰ ਕੇ ਲੇਖ ਲਿਖਦੇ ਨੇ, ਇਹਨਾਂ ਤੇ ਤਰਸ ਕਰਨਾ ਚਾਹੀਦਾ ਹੈ, ਇਹਨਾਂ ਦਾ ਇਲਾਜ ਕਰਾਉਣਾ ਚਾਹੀਦਾ। ਬਿਮਾਰ ਨੇ ਵਿਚਾਰੇ ਮਾਨਸਿਕ ਤੌਰ ਤੇ, ਤਾਂ ਕਰ ਰਹੇ ਨੇ। ਜੇ ਕੋਈ ਇਸ ਤਰ੍ਹਾਂ ਦੀ ਪ੍ਰਣਾਲੀ ਨਿਕਲ ਆਈ ਜਿਹੜੀ ਬੰਦੇ ਦੇ ਮਾਈਂਡ ਦਾ ਟੈਸਟ ਕਰ ਸਕੇ ਵੀ ਨਿੰਦਿਆ ਕਿਉਂ ਕਰ ਰਿਹਾ ਹੈ, ਤਾਂ ਸੱਚ ਹੈ ਇਹਨਾਂ ਦਾ ਮਾਈਂਡ ਗਲਤ ਨਿਕਲੇਗਾ।
ਇਸ ਕਰਕੇ ਉਹਦੇ ਵਿੱਚ ਰੁੱਝ ਗਏ ਨੇ। ਗੁਰੂ ਨਾਨਕ ਸਾਹਿਬ ਬਾਰੇ ਕਿਹਾ ਲੋਕਾਂ ਨੇ ਕਿ ਇਹ ਵਿਚਾਰੇ ਬੋਲਦੇ ਨਹੀਂ। ਮਾਤਾ ਜੀ ਨੇ ਆ ਕੇ ਕਿਹਾ, ਬੇਟਾ ਸੰਸਾਰ ਦੇ ਲੋਕ ਗੱਲਾਂ ਕਰਦੇ ਨੇ, ਲੋਕ ਕੀ ਕਹਿ ਰਹੇ ਨੇ, ਤੁਸੀਂ ਇਹਦੇ ਬਾਰੇ ਕੁਝ ਸੋਚੋ। ਮੈਨੂੰ ਲੋਕ ਤਾਨੇ ਮੇਣੇ ਦਿੰਦੇ ਨੇ। ਇੱਕ ਲੜਕਾ ਹੈ, ਉਹ ਵੀ ਬੋਲਦਾ ਨਹੀਂ, ਉਹ ਵੀ ਗੱਲਾਂ ਨਹੀਂ ਕਰਦਾ, ਉਹ ਵੀ ਕਿਸੇ ਨਾਲ ਵਿਚਰਦਾ ਨਹੀਂ। ਸਤਿਗੁਰੂ ਮੰਨ ਲੈਂਦੇ ਨੇ, ਉੱਠ ਕੇ ਤੁਰ ਪੈਂਦੇ ਨੇ, ਉੱਠ ਕੇ ਚਲੇ ਜਾਂਦੇ ਨੇ ਬਾਹਰ, ਬੋਲਦੇ ਚਾਲਦੇ ਕਈ ਮਹੀਨੇ ਬੋਲ ਚਾਲ ਸ਼ੁਰੂ ਕਰ ਦਿੰਦੇ ਨੇ, ਰੱਜ ਕੇ ਬੋਲਦੇ ਨੇ, ਬਾਹਰ ਵਿਚਰਦੇ ਨੇ। ਤੇ ਹੁਣ ਵਿਚਰਦਿਆਂ ਉੱਥੇ ਵੀ ਅੜਚਣ ਆਏਗੀ, ਕਿਉਂਕਿ ਨਾਮ ਜਪਣ ਵਾਲੇ ਜੇ ਤੇ ਬੋਲੇ ਤਾਂ ਵੀ ਮੁਸੀਬਤ, ਤੇ ਨਾ ਬੋਲੇ ਤਾਂ ਵੀ ਮੁਸੀਬਤ ਹੈ। ਕਿਉਂਕਿ ਉਹਨਾਂ ਨੇ ਉਸ ਢੰਗ ਨਾਲ ਜਿਉਣਾ ਜਿਹੜੀ ਚਾਲ ਸੰਸਾਰ ਨਾਲ ਨਹੀਂ ਮਿਲਦੀ। ਫਿਰ ਉਲਾਮੇ ਆਉਣੇ ਸ਼ੁਰੂ ਹੋ ਗਏ, ਸਾਡਾ ਖੇਤ ਉਜਾੜ ਦਿੱਤਾ ਤੇਰੇ ਬੱਚੇ ਨੇ, ਕਿਸੇ ਨੇ ਕੋਈ ਉਲਾਮਾ ਦੇਣਾ ਸ਼ੁਰੂ ਕਰ ਦਿੱਤਾ। ਤੇ ਮੇਰੇ ਸਤਿਗੁਰੂ ਨੇ ਫਿਰ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਸੰਸਾਰ ਦੋਵਾਂ ਗੱਲਾਂ ਤੋਂ ਰਾਜੀ ਨਹੀਂ। ਮੈਂ ਚੁੱਪ ਵੀ ਕਰਕੇ ਵੇਖ ਲਿਆ ਤੇ ਬੋਲ ਕੇ ਵੀ ਵੇਖ ਲਿਆ, ਇਸ ਸੰਸਾਰ ਨੇ ਤੇ ਨਿੰਦਿਆ ਕਰਨੀ ਹੀ ਕਰਨੀ ਹੈ। ਜੇ ਉਹਨਾਂ ਨੇ ਆਪਣਾ ਕੰਮ ਨਹੀਂ ਛੱਡਣਾ ਤੇ ਫਿਰ ਅਸੀਂ ਆਪਣਾ ਕਿਉਂ ਛੱਡ ਦਈਏ। ਉਹਨਾਂ ਨੇ ਆਪਣਾ ਕੰਮ ਕਰੀ ਹੀ ਜਾਣਾ, ਭਾਵੇਂ ਸੋਨੇ ਦਾ ਬਣ ਕੇ ਦਿਖਾ ਦਿਓ, ਉਹਨਾਂ ਨੇ ਆਪਣਾ ਨਿੰਦਿਆ ਵਾਲਾ ਕੰਮ ਜ਼ਰੂਰ ਕਰਨਾ ਹੈ। ਸਤਿਗੁਰਾਂ ਨੇ ਬਾਣੀ ਵਿੱਚ ਬਚਨ ਕਿਹਾ, ਕਹਿਣ ਲੱਗੇ ਮਸਤ ਰਹੋ ਮੂਰਖ ਜਗ ਕਹੀਆ। ਮਸਤ ਦਾ ਅਰਥ ਹੈ ਚੁੱਪ ਕਰ ਜਾਣਾ। ਜੇ ਚੁੱਪ ਕਰਨਾ ਵਾ ਤੇ ਸੰਸਾਰ ਦੇ ਲੋਕ ਮੂਰਖ ਕਹਿੰਦੇ ਨੇ, ਬੋਲਦਾ ਨਹੀਂ ਹੈ, ਇਹਨੂੰ ਬੋਲਣ ਦੀ ਜਾਚ ਨਹੀਂ, ਇਹਨੂੰ ਵਿਚਰਨ ਦੀ ਜਾਚ ਨਹੀਂ ਹੈ। ਮਸਤ ਕਰੋ ਮੂਰਖ ਜਗ ਰਹੀਆ, ਅਧਿਕ ਬਕੋਂ ਤੇਰੀ ਲਿਵ ਰਹੀਆ। ਜ਼ਿਆਦਾ ਬੋਲਣਾ ਵਾ ਤੇ ਇਹਨਾਂ ਵੀ ਖੁਸ਼ ਨਹੀਂ ਹੋਣਾ, ਪਰ ਰੱਬ ਦੀ ਲਿਵ ਜ਼ਿਆਦਾ ਬੋਲਣ ਨਾਲ ਟੁੱਟ ਜਾਂਦੀ ਹੈ। ਇਸ ਕਰਕੇ ਉਹਨਾਂ ਦਾ ਮਿਲਾਪ ਨਹੀਂ ਬਹਿੰਦਾ, ਆਪਸ ਵਿੱਚ ਜੋੜ ਨਹੀਂ ਬਹਿੰਦਾ, ਤੇ ਨਿੰਦਕ ਮਨੁੱਖ ਉਹਨਾਂ ਦੀ ਨਿੰਦਿਆ ਕਰਨ ਲੱਗ ਪੈਂਦੇ ਨੇ। ਉਹਨਾਂ ਦੇ ਬਾਹਰ ਦੇ ਜਿਹੜੇ ਜੀਵਨ ਦੇ ਸਿਗਨਲ ਨੇ ਉਹ ਇਸ ਤਰ੍ਹਾਂ ਦੇ ਨਵੇਂ ਨਰੋਏ ਹੁੰਦੇ ਨੇ ਕਿ ਸੰਸਾਰ ਦੇ ਲੋਕ ਉਹਨਾਂ ਨੂੰ ਸਮਝ ਨਹੀਂ ਸਕਦੇ। ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ ਕਿ ਜਦੋਂ ਕੋਈ ਪਰਮਾਤਮਾ ਦੇ ਚਰਨਾਂ ਨਾਲ ਜੁੜਦਾ ਹੈ, ਨਾ ਉਹ ਲਖੀਰ ਦਾ ਫਕੀਰ ਰਹਿੰਦਾ ਹੈ ਤੇ ਨਾ ਉਹ ਪਟੜੀ ਤੇ ਤੁਰਨ ਵਾਲੀ ਰੇਲ ਗੱਡੀ ਹੁੰਦੀ ਏ। ਉਹਦੇ ਜੀਵਨ ਦੇ ਰਸਤੇ ਕੁਝ ਨਾ ਕੁਝ ਨਵੇਂ ਬਣ ਜਾਂਦੇ ਨੇ, ਤੇ ਜਦੋਂ ਕੋਈ ਮਨੁੱਖ ਨਵੇਂ ਰਸਤਿਆਂ ਤੇ ਤੁਰਦਾ ਉਹਦੀ ਨਿੰਦਿਆ ਹੋਣੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰਾਂ ਨੇ ਬਚਨ ਕਹੇ ਨੇ, ਕਹਿਣ ਲੱਗੇ ਚਿੜੀ ਚੁਹਕੀ ਚੌ ਪਉ ਫੁੱਟੀ, ਵਗਣ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ। ਸੰਤਨ ਦਾ ਅਰਥ ਹੈ ਰੱਬ ਦੇ ਪਿਆਰੇ, ਪ੍ਰਭੂ ਦੇ ਪਿਆਰੇ ਨਿਤ ਨਵਾਂ ਰੂਪ ਰਚ ਲੈਂਦੇ ਨੇ। ਕੋਈ ਨਾ ਕੋਈ ਨਵੀਂ ਜ਼ਿੰਦਗੀ ਉਹਨਾਂ ਵਿੱਚ ਸ਼ੁਰੂ ਹੋ ਜਾਂਦੀ ਹੈ, ਉਹਨਾਂ ਦੇ ਜੀਵਨ ਦਾ ਕੋਈ ਨਾ ਕੋਈ ਨਵਾਂ ਤਜਰਬਾ ਫੁੱਟ ਪੈਂਦਾ ਹੈ। ਕਿਉਂਕਿ ਇੱਕ ਗੱਲ ਪੱਕੀ ਹੈ, ਜਿਸ ਪਰਮਾਤਮਾ ਦੇ ਚਰਨਾਂ ਨਾਲ ਉਹ ਜੁੜੇ ਨੇ, ਜੇ ਉਹ ਖਿਨਮੈ ਅਵਰ ਖਿਨੈ ਮੈਂ ਅਵਰਾ ਹੈ, ਤੇ ਜਿਹੜੇ ਉਹਦੇ ਨਾਲ ਜੁੜੇ ਨੇ ਉਹਨਾਂ ਦੇ ਵੀ ਰੂਪ ਰੰਗ ਬੱਝੇ ਹੋਏ ਕੋਈ ਨਹੀਂ ਹਨ, ਉਹ ਵੀ ਨਿਤ ਨਵਾਂ ਰੂਪ ਧਾਰਨ ਕਰ ਲੈਂਦੇ ਨੇ। ਖਿਨ ਮੈਂ ਅਵਰ ਖਿਨੈ ਮੈਂ ਅਵਰਾ ਅਚਰਜ ਚਲਤ ਤੁਮਾਰੇ। ਉਹ ਕਿਸੇ ਖਾਸ ਤਰ੍ਹਾਂ ਦੇ ਬੰਧਨਾਂ ਵਿੱਚ ਬੱਝੇ ਹੋਏ ਨਹੀਂ ਹਨ, ਉਹ ਆਪਣੇ ਅੰਦਰੋਂ ਜਿਉਂ ਰਹੇ ਨੇ, ਬਾਹਰੋਂ ਲੈ ਕੇ ਨਹੀਂ। ਇਸ ਕਰਕੇ ਅਚਰਜ ਰੂਪ ਸੰਤਨ ਰਚੇ। ਉਹਨਾਂ ਨੂੰ ਬਾਹਰੋਂ ਵੇਖ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਸਵਈਆਂ ਦੇ ਅੰਦਰ। ਉਹ ਬਚਨ ਕਹਿੰਦੇ ਨੇ ਕਿ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ, ਕੋ ਨਾ ਦੇਖਿयत प्राणपति के, श्री भगवान की भाए कृपा हूँ ते, एक रति बिन एक रति के। इस सवैये विच सतगुरु कहते ने कि बाहरले भेखां वल झाती ना मारनी। वो साधु है जिहदा मन प्रेम दे विच रंगिया होया है, ਉਹਦੇ ਬਾਹਰਲੇ ਕਰਤਬ ਨਾ ਵੇਖਣੇ। ਬਾਹਰਲੀਆਂ ਚੀਜ਼ਾਂ ਵੇਖ ਕੇ ਭੁੱਲ ਜਾਓਗੇ। ਜੇ ਤੁਸੀਂ ਵੇਖ ਲਿਆ ਕੱਪੜੇ ਕਿਵੇਂ ਦੇ ਪਾਏ ਨੇ, ਭੋਜਨ ਕਿਵੇਂ ਖਾਂਦਾ ਹੈ, ਰਹਿੰਦਾ ਕਿਵੇਂ ਹੈ, ਹੋ ਸਕਦਾ ਹੈ ਕਿ ਨਾਮ ਜਪਣ ਵਾਲੇ ਦੀ ਮੌਜ ਹੋਵੇ, ਝੁੱਗੀ ਵਿੱਚ ਜੀਵਨ ਗੁਜ਼ਾਰਦਾ ਹੈ, ਤੇ ਕੋਈ ਪਤਾ ਨਹੀਂ ਇਸ ਤਰ੍ਹਾਂ ਦਾ ਪੈਦਾ ਹੋ ਜਾਏ ਜਿਹੜਾ ਪ੍ਰਸ਼ਾਦਾ ਹੀ ਸੋਨੇ ਦੀ ਥਾਲੀ ਵਿੱਚ ਛਕਦਾ ਹੈ। ਇਹਦੇ ਵਿੱਚ ਕੋਈ ਵੀ ਫਰਕ ਨਹੀਂ ਪਾਇਆ ਜਾ ਸਕਦਾ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਇਹ ਕਾਹਦਾ ਸੰਤ ਹੈ, ਕਿਹੜਾ ਸਾਧ ਹੈ, ਇਹਨੇ ਸੈਂਟ ਲਾਇਆ ਹੋਇਆ ਹੈ, ਇਹਨੇ ਕੱਪੜੇ ਚਮਕਣੇ ਪਾਏ ਨੇ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਤੇ ਮੈਲਾ ਹੈ। ਨਹੀਂ, ਉਹਨਾਂ ਦਾ ਜੀਵਨ ਇਹਨਾਂ ਚੀਜ਼ਾਂ ਵਿੱਚ ਬੱਝੇ ਨਹੀਂ ਹੁੰਦਾ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ।
ਉਹ ਇਸ ਤੋਂ ਪਾਰ ਨੇ। ਕਦੀ ਮਤ ਸੋਚਣਾ ਕਿ ਇਹ ਪੌੜੀ ਇਸ ਦੀ ਵਿਆਖਿਆ ਕਰਦੀ ਹੈ ਕਿ ਬਿਲਕੁਲ ਸੰਤ ਇਸੇ ਤਰ੍ਹਾਂ ਦੇ ਹੋਏਗਾ ਕਿ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਬਰੋ ਉਦਿਆਨ ਪਰ ਮਿੰਨਾ, ਮਿੱਤਰ ਨਾ ਇਟ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ। ਇਹ ਕੇਵਲ ਬਾਹਰਲੀ ਵਿਆਖਿਆ ਕੀਤੀ ਗਈ ਹੈ। ਹੋ ਸਕਦਾ ਹੈ ਹੇਮਾ ਇੱਕ ਪਾਸੇ ਟੁੱਟੀ ਛਪਰੀ ਵਿੱਚ ਰਹਿੰਦਾ ਹੋਵੇ ਤੇ ਜੇ ਉਸ ਨੂੰ ਰਹਿਣ ਵਾਸਤੇ ਮਹਿਲ ਮਿਲ ਜਾਏ, ਜੇ ਉਸ ਨੂੰ ਪੈਣ ਵਾਸਤੇ ਬੈੱਡ ਮਿਲ ਜਾਏ, ਜੇ ਉਸ ਨੂੰ ਖਾਣ ਵਾਸਤੇ ਸੋਨੇ ਦੇ ਭਾਂਡਿਆਂ ਵਿੱਚ ਪ੍ਰਸ਼ਾਦਾ ਮਿਲ ਜਾਏ ਤੇ ਗੁਰੂ ਕੇ ਸਵਾਰਿਓ ਉਹਨੂੰ ਅਸਵਾਰੀ ਘੁੰਮਣ ਵਾਸਤੇ ਵਧੀਆ ਤੋਂ ਵਧੀਆ ਮਿਲ ਜਾਏ, ਉਹਦੇ ਅੰਦਰ ਨੂੰ ਕੋਈ ਫਰਕ ਨਹੀਂ ਪਏਗਾ, ਕਿਉਂਕਿ ਇਹ ਸਾਰੀ ਚੀਜ਼ ਬਾਹਰ ਰਹਿੰਦੀ ਹੈ। ਇਹਨਾਂ ਚੀਜ਼ਾਂ ਦਾ ਜਿਹੜਾ ਅੰਦਰੋਂ ਜੁੜ ਗਿਆ ਉਹਦੇ ਤੇ ਬਾਹਰ ਅਸਰ ਨਹੀਂ ਪੈਂਦਾ। ਇਸ ਕਰਕੇ ਇੱਕ ਧਿਆਨ ਵਿੱਚ ਰੱਖਣਾ ਕਿ ਕੁਝ ਲੋਕ ਐਸੇ ਨੇ, ਮੈਂ ਕਈ ਵਾਰੀ ਬੇਨਤੀ ਕਰਿਆ ਕਰਨਾ, ਕਿ ਜਿਹੜੇ ਇਸ 84 ਲੱਖ ਜੂਨ ਤੋਂ ਵੱਖਰੇ ਨੇ। ਸਿਆਣੇ ਕਹਿੰਦੇ ਨੇ ਮੰਨਿਆ ਗਿਆ ਕਿ 84 ਲੱਖ ਜੂਨ ਹੈ, ਪਰ ਕੁਝ ਲੋਕਾਂ ਦਾ ਵਿਚਾਰ ਹੈ, ਉਹ ਕਹਿੰਦੇ ਨੇ 84 ਲੱਖ ਤੇ ਇੱਕ ਉੱਪਰ ਜੂਨ ਹੈ। ਉਹ ਜੂਨ ਕਿਹੜੀ ਹੈ? ਜਿਨ੍ਹਾਂ ਨੂੰ ਗੁਰੂ ਬਖਸ਼ ਦਿੰਦਾ ਹੈ। ਜਿਹੜੇ ਬਖਸ਼ੇ ਜਾਂਦੇ ਨੇ ਉਹਨਾਂ ਬਾਰੇ ਮੇਰੇ ਸਾਹਿਬ ਨੇ ਬਚਨ ਕਿਹਾ ਕਿ ਲੇਖਾ ਕੋਏ ਨਾ ਪੁੱਛਈ, ਜਾਂ ਹਰ ਬਖਸ਼ੰਦਾ, ਨਾ ਉਹਨਾਂ ਦਾ ਖਾਣ ਦਾ, ਨਾ ਉਹਨਾਂ ਦਾ ਸੌਣ ਦਾ, ਨਾ ਉੱਠਣ ਦਾ, ਨਾ ਪਹਿਨਣ ਦਾ, ਤੇ ਕਿਸੇ ਵੀ ਕੰਮ ਦਾ ਲੇਖਾ ਨਹੀਂ ਹੋ ਸਕਦਾ। ਲੇਖੇ ਤੋਂ ਪਾਰ ਚਲੇ ਗਏ। ਇਹ ਲੇਖਾ ਸਿਰਫ ਇਸ ਧਰਤੀ ਤੇ ਇਸ ਦੁਨੀਆ ਦੇ ਜਿਹੜੇ ਲੋਕ ਮਾਇਆ ਦੇ ਪ੍ਰਭਾਵ ਵਿੱਚ ਜਿਉਂਦੇ ਨੇ, ਜਿਹੜੇ ਲੋਕ ਸਰੀਰ ਤੋਂ ਪਾਰ ਜਿਉਣ ਲੱਗ ਪਏ, ਸਰੀਰ ਭਾਵੇਂ ਖਾਏ ਭਾਵੇਂ ਨਾ ਖਾਏ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਅੱਜ ਜਿਹਦੀ ਵਿਆਖਿਆ ਕਰ ਰਹੇ ਨੇ। ਇਹ ਗੱਲ ਵੱਖਰੀ ਹੈ ਕਿ ਲੋਕ ਹੁੰਦੇ ਵਿਰਲੇ ਨੇ, ਇੰਨੀ ਬਹੁ ਗਿਣਤੀ ਵਿੱਚ ਨਹੀਂ ਜਿੰਨੇ ਕਿ ਲੋਕ ਲੇਬਲ ਲਾ ਕੇ ਫਿਰਦੇ ਨੇ। ਇਹ ਕੋਈ ਜ਼ਿਆਦੇ ਸੰਤ ਨਹੀਂ ਹੁੰਦੇ, ਹੈ ਤੇ ਉਹਨਾਂ ਦੀ ਗਿਣਤੀ ਘੱਟ, ਪਰ ਗੁਰੂ ਕੇ ਸਵਾਰੇ ਉਹਨਾਂ ਦਾ ਜੀਵਨ ਇੰਨਾ ਉੱਚਾ ਚਲਾ ਜਾਂਦਾ ਹੈ ਕਿ ਉਹ ਕਿਸੇ ਵੀ ਲੇਖੇ ਵਿੱਚ ਨਹੀਂ ਆਉਂਦੇ। ਧਰਮਰਾਜ ਦੇ ਕਾਗਜ਼ ਉਹਨਾਂ ਦੇ ਸਾਹਮਣੇ ਪਾਟ ਜਾਂਦੇ ਨੇ। ਮੌਤ ਉਹਨਾਂ ਨੂੰ ਸਿਜਦਾ ਕਰਦੀ ਹੈ, ਜਿਨ੍ਹਾਂ ਬਾਰੇ ਮੇਰੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਸੰਤ ਮੁਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਵਾਪਰੇ, ਜੋ ਹਾਟੈ ਆਟ ਬਕਾਏ। ਜਿਹਨੂੰ ਸਤਿਗੁਰਾਂ ਨੇ ਕਿਹਾ, ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਹੁਣ ਜਦੋਂ ਇਸ ਤਰ੍ਹਾਂ ਦੇ ਜੀਵਨ ਵਾਲਾ ਵਿਅਕਤੀ ਹੈ, ਉਹਨੂੰ ਵੇਖਣਾ ਕਿਹੜੀ ਦ੍ਰਿਸ਼ਟੀ ਨਾਲ ਪਏਗਾ। ਜੇ ਅਸੀਂ ਉਹਨੂੰ ਆਪਣੀ ਸੋਚ ਸਮਝ ਦੀ ਨਜ਼ਰ ਨਾਲ ਵੇਖਿਆ ਤੇ ਉਹਦੀ ਵਿਆਖਿਆ ਅਸੀਂ ਗਲਤ ਕਰ ਬਵਾਂਗੇ, ਕਿਉਂਕਿ ਉਹ ਕਿਸੇ ਚੀਜ਼ ਵਿੱਚ ਬੱਝਿਆ ਹੀ ਨਹੀਂ ਹੈ। ਜਿਸ ਰੱਬ ਦੇ ਨਾਲ ਜੁੜਿਆ, ਉਹ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ ਹੈ। ਤੇ ਜੇ ਉਹਦਾ ਰੱਬ ਨਵਾਂ ਹੈ, ਉਹ ਰੂਪ ਬਦਲ ਲੈਂਦਾ ਹੈ, ਉਹ ਕਈ ਢੰਗਾਂ ਵਿੱਚ ਖੇਡਦਾ ਹੈ, ਉਹ ਵਿੱਚ ਵੀ ਰਹਿੰਦਾ ਤੇ ਵੱਖਰਾ ਵੀ ਰਹਿੰਦਾ ਹੈ। ਜਿਸ ਪਰਮਾਤਮਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਪੋਹਪ ਮਦ ਜੈਸੇ ਬਾਸ ਬਸਤ ਹੈ, ਮਕਰ ਮੁਕਰ ਮਹਿ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ। ਪਰ ਉਹਨਾਂ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਉਹ ਵਿੱਚ ਵੀ ਰਹਿੰਦਾ ਤੇ ਵੱਖਰਾ ਵੀ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਦੀ ਵਿਆਖਿਆ ਕੀਤੀ, ਕਹਿਣ ਲੱਗੇ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਅਕੇਲਾ। ਜਿਹੜੇ ਗੁਰੂ ਨਾਨਕ ਸਾਹਿਬ ਰੱਬ ਨੂੰ ਕਹਿੰਦੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਓ। ਉਹ ਦੁਨੀਆ ਦੇ ਵਿੱਚ ਬੈਠਾ, ਸਾਰਿਆਂ ਦੇ ਅੰਦਰ ਸਮਾਇਆ, ਤੇ ਦੂਜੇ ਪਾਸੇ ਕਹਿੰਦੇ ਬੈਠਾ ਵੇਖੈ ਵਖ ਅਕੇਲਾ। ਇੱਕੋ ਸਮੇਂ ਉਹਦੇ ਦੋ ਸੁਭਾਅ ਨੇ, ਤੇ ਜਿਹੜਾ ਉਹਦੇ ਚਰਨਾਂ ਨਾਲ ਜੁੜ ਗਿਆ, ਉਹ ਵੀ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਉਹਦੀ ਦੁਨੀਆ ਕੋਈ ਹੋਰ ਹੋ ਜਾਂਦੀ, ਉਹਦਾ ਜੀਵਨ ਬਦਲ ਜਾਂਦਾ ਹੈ। ਇਸ ਸੰਸਾਰ ਦੇ ਜੀਵਨ ਨੂੰ ਵੇਖ ਕੇ ਕਈ ਵਾਰੀ ਮਨੁੱਖ ਉਹਨਾਂ ਲੋਕਾਂ ਦੀ ਨਿੰਦਿਆ ਵਾਲੇ ਪਾਸੇ ਤੁਰ ਪੈਂਦਾ ਹੈ, ਤੇ ਕੇਵਲ ਨਾਮ ਜਪਣ ਵਾਲਿਆਂ ਦੀ ਨਿੰਦਿਆ ਦੀ ਗੱਲ ਨਹੀਂ। ਇਸ ਸੰਸਾਰ ਦੇ ਵਿੱਚ ਗੁਰੂ ਨਿੰਦਕ ਵੀ ਹੋਏ ਨੇ, ਗੁਰੂ ਦੀ ਨਿੰਦਿਆ ਕਰਨ ਵਾਲੇ ਵੀ ਹੋਏ ਨੇ। ਤੇ ਨਿੰਦਕ ਭਾਵੇਂ ਕੋਈ ਕਿੰਨਾ ਨੇੜੇ ਹੋਵੇ, ਨਾ ਸਮਝਣਾ ਕਿ ਮੈਂ ਪੜ੍ਹਿਆ ਹੋਇਆ, ਮੈਂ ਗੁਰੂ ਕਾ ਸਿੱਖ ਹਾਂ ਤੇ ਮੈਂ ਬਿਲਕੁਲ ਨੇੜੇ ਹਾਂ। ਨਿੰਦਾ ਕੋਈ ਵੀ ਮਨੁੱਖ ਕਰਦਾ ਤੇ ਗੁਰੂ ਨੇ ਉਹਨੂੰ ਬਖਸ਼ਿਆ ਨਹੀਂ ਹੈ। ਕਦੀ ਇਤਿਹਾਸ ਵੱਲ ਝਾਤੀ ਮਾਰ ਕੇ ਵੇਖੀਏ,
ਉਹ ਸਿੱਖ ਜਿਹੜੇ ਗੁਰੂ ਕੇ ਦਰਬਾਰ ਵਿੱਚ ਕੀਰਤਨ ਕਰਦੇ ਸਨ, ਭਾਈ ਸੱਤਾ ਤੇ ਬਲਵੰਡਾ ਕਿੰਨੇ ਨੇੜੇ ਸਨ। ਕਿਉਂਕਿ ਕਈ ਵਾਰੀ ਸਾਨੂੰ ਇੰਜ ਲੱਗਦਾ ਵੀ ਹੁਣ ਤੇ ਅਸੀਂ ਗੁਰਸਿੱਖ ਬਣ ਗਏ ਹਾਂ, ਅਸੀਂ ਬਾਣੀ ਪੜ੍ਹਦੇ ਹਾਂ, ਸਾਨੂੰ ਅਧਿਕਾਰ ਮਿਲ ਗਿਆ ਨਿੰਦਿਆ ਕਰਨ ਦਾ, ਗਿਆਨ ਹੈ ਸਾਡੇ ਕੋਲ। ਇਹ ਅਸੀਂ ਸੋਚ ਲੈਂਦੇ ਹਾਂ ਕਈ ਵਾਰੀ ਵੀ ਹੁਣ ਅਸੀਂ ਹਰ ਇੱਕ ਦੀ ਨਿੰਦਿਆ ਕਰ ਸਕਦੇ ਹਾਂ। ਇਸ ਪੱਖ ਦੇ ਵਿੱਚ ਆ ਕੇ ਕਈ ਵਾਰੀ ਅਸੀਂ ਗੁਰੂ ਦੇ ਬਿਲਕੁਲ ਨੇੜੇ ਜਾ ਕੇ ਨਿੰਦਿਆ ਕਰਨ ਲੱਗ ਪੈਂਦੇ ਹਾਂ ਵੀ ਹੁਣ ਸਾਨੂੰ ਕੋਈ ਪਰਵਾਹ ਨਹੀਂ, ਬਖਸ਼ੇ ਗਏ। ਪਰ ਯਾਦ ਰੱਖੀਏ, ਜੇ ਗੁਰੂ ਨੇ ਸੱਤੇ ਤੇ ਬਲਵੰਡੇ ਦੀ ਬਾਹ ਫੜ ਲਈ ਸੀ ਨਾ, ਮੇਰੇ ਖਿਆਲ ਵਿੱਚ ਆਪਾਂ ਤੇ ਅਜੇ ਉਹਨਾਂ ਦੇ ਕੱਪੜਿਆਂ ਵਰਗੇ ਵੀ ਨਹੀਂ ਬਣੇ, ਜਿੰਨੀ ਉਹਨਾਂ ਦੇ ਵਿੱਚ ਨੇੜਤਾ ਸੀ ਗੁਰੂ ਪ੍ਰਤੀ। ਦਿਨ ਰਾਤ ਗੁਰੂ ਦੇ ਕੋਲ ਰਹਿਣਾ, ਕੀਰਤਨ ਕਰਨਾ। ਉਹਨਾਂ ਨੇ ਗੁਰੂ ਲਈ ਸ਼ਬਦ ਵਰਤ ਲਏ ਸਨ, ਸਿਰਫ 2, ਤੇ ਗੁਰੂ ਨੇ ਫਿਟਕਾਰ ਦਿੱਤਾ ਸੀ। ਸ਼ਬਦ ਵਰਤੇ ਸਨ, ਕੀਰਤਨ ਕਰਦੇ ਸਨ, ਤੇ ਉਹਨਾਂ ਦੇ ਮਨ ਵਿੱਚ ਹੰਕਾਰ ਨੇ ਜਨਮ ਲੈ ਲਿਆ ਕਿ ਜੇ ਅਸੀਂ ਕੀਰਤਨ ਕੀਤਾ ਤਾਂ ਸੰਗਤ ਆਉਂਦੀ ਏ, ਜੇ ਅਸੀਂ ਕੀਰਤਨ ਕਰਨੇ ਆ ਤਾਂ ਤੁਹਾਡੀ ਗੋਲਕ ਭਰੀ ਜਾਂਦੀ ਹੈ, ਜੇ ਅਸੀਂ ਕੀਰਤਨ ਕਰਨੇ ਆ ਤਾਂ ਲੰਗਰ ਚੱਲਦਾ ਹੈ, ਤਾਂ ਇਹ ਸਭ ਕੁਝ ਚੱਲਦਾ ਪਿਆ। ਨਹੀਂ, ਇਹ ਤੇ ਗੁਰੂ ਦੇ ਸਾਰੇ ਯੰਤਰ ਨੇ। ਜਿਹਦੇ ਉੱਤੇ ਹੱਥ ਰੱਖਦਾ ਉਹ ਚੱਲ ਪੈਂਦਾ, ਜਿਹਦੇ ਤੋਂ ਹੱਥ ਖਿੱਚ ਲਿਆ ਉਹ ਪਰਤ ਕੇ ਤੁਰੇਗਾ ਨਹੀਂ। ਇਹ ਗੁਰੂ ਦੀ ਮਰਜ਼ੀ ਹੈ, ਉਹਨੇ ਕਿਹਨੂੰ ਚਲਾਉਣਾ ਹੈ। ਤੇ ਕਈ ਵਾਰੀ ਯੰਤਰ ਚੱਲਣ ਵਾਲੇ ਹੰਕਾਰ ਕਰ ਲੈਂਦੇ ਨੇ, ਸਾਡਾ ਬੜਾ ਵਧੀਆ ਪ੍ਰੋਗਰਾਮ ਹੈ। ਇਹ ਤੇ ਗੁਰੂ ਦਾ ਕੰਮ ਹੈ, ਉਹ ਕਿਵੇਂ ਕਰਾ ਰਿਹਾ ਹੈ। ਤੇ ਮੇਰੇ ਖਿਆਲ ਵਿੱਚ ਅਸੀਂ ਤੇ ਛੋਟੀਆਂ ਛੋਟੀਆਂ ਚੀਜ਼ਾਂ ਤੇ ਹੰਕਾਰ ਕਰ ਲੈਂਦੇ ਹਾਂ, ਵੱਡੀ ਦੀ ਤੇ ਗੱਲ ਹੀ ਛੱਡ ਦਿਓ। ਇਸ ਸੱਤੇ ਤੇ ਬਲਵੰਡੇ ਦੇ ਮਨ ਵਿੱਚ ਹੰਕਾਰ ਪਨਪਿਆ। ਕਿਸੇ ਨੇ ਕਹਿ ਦਿੱਤਾ, ਫੂਕ ਮਾਰ ਦਿੱਤੀ ਕੰਨ ਵਿੱਚ, ਬਈ ਤੁਹਾਡੇ ਕਰਕੇ ਸਭ ਕੁਝ ਹੋ ਰਿਹਾ ਹੈ। ਬਸ ਹੰਕਾਰ ਨੂੰ ਤੇ ਥੋੜੀ ਜਿਹੀ ਹਵਾ ਮਿਲਣ ਦੀ ਦੇਰ ਹੈ। ਸੱਚ ਜਾਣੋ, ਅਸੀਂ ਅੰਦਰ ਬੜਾ ਕੁਝ ਲੁਕਾ ਕੇ ਬੈਠੇ ਹੋਏ ਹਾਂ, ਉਹਨੂੰ ਹਵਾ ਨਹੀਂ ਮਿਲਦੀ, ਬਾਹਰੋਂ ਮਿਲਣ ਦੀ ਦੇਰ ਹੈ। ਸਭ ਕੁਝ ਸਾਡੇ ਅੰਦਰ ਹੈ। ਸਾਡੇ ਹੰਕਾਰ ਨੂੰ ਕੋਈ ਫੁਲਾਉਂਦਾ ਹੀ ਨਹੀਂ, ਕੋਈ ਮਿਲਦਾ ਨਹੀਂ ਸਾਨੂੰ ਜਿਹੜਾ ਫੁਲਾਦਾ ਹੈ, ਨਹੀਂ ਤੇ ਉਸੇ ਵੇਲੇ ਫੁੱਲ ਜਾਵਾਂਗੇ। ਇਹ ਨਾ ਸਮਝਣਾ ਅਸੀਂ ਹੰਕਾਰੀ ਆਏ ਨਹੀਂ, ਸਾਡੇ ਹੰਕਾਰ ਨੂੰ ਪੱਠੇ ਨਹੀਂ ਪੈਂਦੇ। ਜਿੱਦਣ ਪੱਠੇ ਪੈਣਗੇ ਹੰਕਾਰੀ ਹੋ ਜਾਵਾਂਗੇ। ਕੋਈ ਮਿਲ ਗਿਆ ਉਹਨਾਂ ਨੂੰ, ਤੁਹਾਡੇ ਕਰਕੇ ਚੱਲ ਰਿਹਾ ਸਭ ਕੁਝ, ਹੰਕਾਰ ਵਿੱਚ ਚਲੇ ਗਏ, ਆਕੜ ਵਿੱਚ ਚਲੇ ਗਏ। ਤੇ ਹੰਕਾਰੀ ਮਨੁੱਖ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦਾ, ਇਹ ਧਿਆਨ ਵਿੱਚ ਰੱਖਣਾ। ਹੰਕਾਰੀ ਮਨੁੱਖ ਗੁਰੂ ਤੇ ਵੀ ਵਿਸ਼ਵਾਸ ਨਹੀਂ ਕਰਦਾ। ਹੰਕਾਰੀ ਮਨੁੱਖ ਦਾ ਕੋਈ ਮਿੱਤਰ ਨਹੀਂ ਹੁੰਦਾ, ਕਿਉਂਕਿ ਉਹ ਮਿੱਤਰਤਾ ਨਿਭਾ ਹੀ ਨਹੀਂ ਸਕਦਾ। ਹੰਕਾਰ, ਜਿਹੜੀ ਮਿੱਤਰਤਾ ਹੰਕਾਰ ਦੇ ਲੈਣ ਦੇਣ ਨਾਲ ਖੜੀ, ਉਹ ਮਿੱਤਰਤਾ ਨਹੀਂ, ਉਹ ਤੇ ਦੁਸ਼ਮਣੀ ਤੋਂ ਵੀ ਭੈੜੀ ਹੈ, ਕਿਉਂਕਿ ਨੇੜੇ ਹੋ ਕੇ ਬੰਦਾ ਹੋਰ ਵੱਡਾ ਨੁਕਸਾਨ ਕਰ ਜਾਂਦਾ। ਹੰਕਾਰੀ ਮਨੁੱਖ ਦਾ ਨਾ ਕੋਈ ਸੰਸਾਰੀ ਮਿੱਤਰ ਹੈ ਤੇ ਨਾ ਗੁਰੂ ਮਿੱਤਰ ਹੈ, ਕੋਈ ਵੀ ਮਿੱਤਰ ਨਹੀਂ। ਕਿਉਂਕਿ ਜਿੰਨਾ ਚਿਰ ਉਹਦਾ ਹੰਕਾਰ ਪੂਰਾ ਹੋਵੇਗਾ ਉਹਨਾਂ ਚਿਰ ਮਿੱਤਰਤਾ ਨਿਭੇਗੀ। ਜਿੱਦਣ ਹੰਕਾਰ ਟੁੱਟ ਗਿਆ ਉਦਣ ਮਿੱਤਰਤਾ ਚਲੀ ਗਈ। ਇਸ ਕਰਕੇ ਇਹਨਾਂ ਦੇ ਕੰਨ ਵਿੱਚ ਕਿਸੇ ਨੇ ਕਹਿ ਦਿੱਤਾ ਕਿ ਭਾਈ ਬਲਵੰਡਾ ਜੀ, ਤੁਸੀਂ ਕੀਰਤਨ ਬਹੁਤ ਵਧੀਆ ਕਰਦੇ ਹੋ। ਹੁਣ ਉੱਥੇ ਗੱਲ ਤਾਂ ਇਹ ਸੀ ਕਿ ਉਹ ਦਾਤ ਸਾਰੀ ਗੁਰੂ ਦੀ ਸੀ, ਪਰ ਹੰਕਾਰ ਜਾਗ ਪਿਆ ਅੰਦਰੋਂ। ਹੰਕਾਰ ਨੇ ਵਾਕਈ ਮੰਨ ਲਿਆ ਕਿ ਮੈਂ ਕਰਨਾ, ਮੇਰੇ ਕਰਕੇ ਸਭ ਕੁਝ ਹੋ ਰਿਹਾ ਹੈ। ਇਹ ਬਿਰਤੀ ਸਾਡੇ ਸਾਰਿਆਂ ਦੇ ਅੰਦਰ ਹੈ ਕਿ ਮੇਰੇ ਕਰਕੇ ਸਾਰਾ ਕੁਝ ਚੱਲ ਰਿਹਾ ਹੈ। ਜੇ ਮੈਂ ਅੱਜ ਨਾ ਹੋਇਆ ਤੇ ਕੰਮ ਨਹੀਂ ਚੱਲੇਗਾ। ਮੈਂ ਸਾਰਾ ਧਿਆਨ ਰੱਖਣਾ, ਮੈਂ ਚੌਹਾਂ ਪਾਸੇ ਵੇਖਣਾ। ਪਰ ਮੇਰੇ ਸਤਿਗੁਰੂ ਨੇ ਇੱਕ ਗੱਲ ਕਹੀ ਏ, ਕਹਿਣ ਲੱਗੇ, ਵੇਖੀ ਦੂਜਿਆਂ ਨੂੰ ਵੇਂਦਿਆਂ ਨਾ ਜੀਵਨ ਗੁਜ਼ਰ ਜਾਏ, ਕੁਝ ਆਪਣੇ ਵੱਲ ਵੀ ਵੇਖ ਲੈ, ਆਪਣਾ ਆਪ ਵੀ ਦੇਖ ਲੈ। ਕਦੀ ਕਿਤੇ ਦੂਸਰਿਆਂ ਦਾ ਧਿਆਨ ਰੱਖਦਿਆਂ ਰੱਖਦਿਆਂ ਆਪ ਤੂੰ ਬਿਲਕੁਲ ਕੰਗਾਲ ਰਹਿ ਜਾਏ, ਤੇਰੇ ਪੱਲੇ ਪੈ ਹੀ ਕੱਖ ਨਾ। ਨਹੀਂ, ਉਹਨਾਂ ਕੋ ਵੇਖ ਜਿੰਨਾ ਕੋ ਤੂੰ ਆਪਣੇ ਆਪ ਨੂੰ ਵੇਖ ਲੈਂਦਾ ਹੈ। ਪਹਿਲਾਂ ਆਪਣੇ ਆਪ ਨੂੰ ਵੇਖਣ ਦਾ ਯਤਨ ਕਰਨਾ, ਫਿਰ ਦੂਸਰਿਆਂ ਨੂੰ ਵੇਖਣਾ। ਜੇ ਆਪਣੇ ਆਪ ਨੂੰ ਭੁੱਲ ਕੇ ਦੂਸਰਿਆਂ ਨੂੰ ਵੇਖ ਲਿਆ ਤੇ ਸਮਝ ਲੈਣਾ ਕੰਗਾਲੀ ਦਰਵਾਜ਼ੇ ਤੇ ਖੜੀ ਹੈ। ਧਾਰਮਿਕ ਤੌਰ ਤੇ ਬੰਦਾ ਕੰਗਾਲ ਹੋ ਜਾਏਗਾ। ਇਹ ਇੱਕ ਰਸ ਹੈ, ਇਹ ਹੰਕਾਰ ਦੀ ਪੂਜਾ ਹੈ ਕਿ ਮੈਂ ਬਹੁਤ ਕੁਝ ਚਲਾ ਰਿਹਾ ਹਾਂ, ਮੇਰੇ ਕਰਕੇ ਸਭ ਕੁਝ ਹੋ ਰਿਹਾ ਹੈ। ਉਹਨਾਂ ਨੂੰ ਕਿਸੇ ਫੁਲਾ ਦਿੱਤਾ, ਫੁੱਲ ਗਿਆ ਹੰਕਾਰ। ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆ ਗਏ, ਕਹਿਣ ਲੱਗੇ, ਸਾਨੂੰ ਇੰਨੀ ਮਾਇਆ ਚਾਹੀਦੀ ਹੈ, ਇਹ ਕੁਝ ਚਾਹੀਦਾ। ਸਾਹਿਬਾਂ ਨੇ ਕਿਹਾ, ਕੋਈ ਗੱਲ ਨਹੀਂ, ਤੁਹਾਡਾ ਕੰਮ ਚੱਲੇਗਾ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ।
ਉਹਦੇ ਘਰ ਵਿੱਚ ਸਾਰਾ ਕੁਝ ਹੈ। ਇਹਨਾਂ ਨੇ ਬਹੁਤ ਕੁਝ ਕਿਹਾ। ਦੂਸਰੇ ਦਿਨ ਕੀਰਤਨ ਬੰਦ ਕਰ ਦਿੱਤਾ। ਇੱਕ ਦਿਨ ਫਿਰ ਮਿਲਣ ਵਾਸਤੇ ਆਏ ਤੇ ਬੋਲ ਕਬੋਲ ਬੋਲਣੇ ਸ਼ੁਰੂ ਕਰ ਦਿੱਤੇ। ਸਿੱਧਾ ਕਹਿ ਦਿੱਤਾ, ਹੰਕਾਰ ਪ੍ਰਗਟ ਹੋ ਗਿਆ। ਇਹਨਾਂ ਦੇ ਲਫ਼ਜ਼ ਸਨ, ਅਸੀਂ ਕੀਰਤਨ ਕਰਨੇ ਆ ਤਾਂ ਤੁਹਾਡਾ ਦਰਬਾਰ ਚੱਲਦਾ ਹੈ, ਅਸੀਂ ਕੀਰਤਨ ਕਰਨੇ ਆ ਤਾਂ ਤੁਹਾਨੂੰ ਲੋਕ ਮੱਥਾ ਟੇਕਦੇ ਨੇ, ਇੰਨੀ ਸੰਗਤ ਤਾਂ ਜੁੜਦੀ ਹੈ। ਸਤਿਗੁਰੂ ਚੁੱਪ ਕਰ ਗਏ, ਕੁਝ ਨਹੀਂ ਕਿਹਾ। ਫਿਰ ਵੀ ਸ਼ਾਂਤ ਨੇ, ਟਿਕੇ ਹੋਏ ਨੇ। ਹੋਰ ਅੱਗੇ ਵੱਧਦੇ ਗਏ, ਹੋਰ ਕਬੋਲ ਬੋਲਦੇ ਗਏ। ਇੱਥੋਂ ਤੱਕ ਚਲੇ ਗਏ ਕਿ ਉਸ ਜੋਤ ਦੀ ਗੱਲ ਕਰ ਦਿੱਤੀ ਜਿੱਥੋਂ ਕੰਮ ਸ਼ੁਰੂ ਹੋਇਆ ਸੀ। ਗੁਰੂ ਨਾਨਕ ਸਾਹਿਬ ਦੀ ਗੱਲ ਕਰ ਦਿੱਤੀ ਬਲਵੰਡੇ। ਕਹਿਣ ਲੱਗਾ, ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਵੱਡਾ ਮਰਦਾਨਾ ਭਾਈ ਮਰਦਾਨਾ ਕੀਰਤਨ ਕਰਦਾ ਰਿਹਾ ਤੇ ਗੁਰੂ ਨਾਨਕ ਦੇ ਅੱਗੇ ਤਾਂ ਲੋਕ ਝੁਕਦੇ ਸਨ, ਨਹੀਂ ਤੇ ਗੁਰੂ ਨਾਨਕ ਨੂੰ ਕਿੰਨੇ ਮੱਥਾ ਟੇਕਣਾ ਸੀ। ਹੁਣ ਇਹ ਗੱਲ ਸਿਰੇ ਤੇ ਚਲੀ ਗਈ, ਬਰਦਾਸ਼ਤ ਤੋਂ ਬਾਹਰ ਹੋ ਗਈ। ਕਿਉਂਕਿ ਨਿੰਦਕ ਜਿਹੜਾ ਹੈ ਹੰਕਾਰੀ ਵੀ ਨਾਲ ਹੁੰਦਾ ਹੈ ਤੇ ਹੰਕਾਰੀ ਬੰਦਾ ਬੇਹੋਸ਼ ਹੁੰਦਾ, ਉਹਨੂੰ ਪਤਾ ਨਹੀਂ ਲੱਗਦਾ ਮੈਂ ਕਹਿ ਕੀ ਰਿਹਾ ਹਾਂ। ਕਹਿਣ ਲੱਗੇ, ਜੇ ਭਾਈ ਮਰਦਾਨਾ ਜੀ ਕੀਰਤਨ ਨਾ ਕਰਦੇ ਤੇ ਗੁਰੂ ਨਾਨਕ ਨੂੰ ਕਿੰਨੇ ਮੰਨਣਾ ਸੀ। ਬੜਾ ਵੱਡਾ ਭੁਲੇਖਾ ਪੈ ਗਿਆ। ਸਤਿਗੁਰੂ ਬੋਲ ਪਏ, ਕਿਉਂਕਿ ਗੁਰੂ ਦੀ ਨਿੰਦਿਆ, ਭਾਵੇਂ ਉਹ ਆਪ ਗੁਰੂ ਸਨ, ਇਹ ਦੋ ਲਫ਼ਜ਼ ਮੈਨੂੰ ਬੜੇ ਪਿਆਰੇ ਲੱਗਦੇ ਨੇ। ਸਿੱਖ ਨੂੰ ਕੋਈ ਕੁਝ ਕਹਿ ਦੇ, ਉਹ ਚੁੱਪ ਕਰ ਜਾਂਦਾ ਹੈ, ਪਰ ਜਦੋਂ ਸਿੱਖ ਚੁੱਪ ਕਰਦਾ ਫਿਰ ਉਹਦਾ ਗੁਰੂ ਚੁੱਪ ਨਹੀਂ ਕਰਦਾ, ਉਹ ਉਹਦੀ ਸਾਰ ਲੈਂਦਾ ਹੈ। ਤੇ ਜੇ ਕੋਈ ਗੁਰੂ ਦੀ ਨਿੰਦਿਆ ਕਰਦਾ ਫਿਰ ਸਿੱਖ ਚੁੱਪ ਨਹੀਂ ਕਰ ਸਕਦਾ। ਇਹ ਦੋ ਨਿਸ਼ਾਨੀਆਂ ਨੇ ਸਿੱਖ ਤੇ ਗੁਰੂ ਦੇ ਵਿੱਚ। ਜੇ ਗੁਰੂ ਦੀ ਨਿੰਦਿਆ ਹੋਵੇਗੀ, ਗੁਰੂ ਦੀ ਹੇਠੀ ਕਰਨ ਦਾ ਕੋਈ ਯਤਨ ਕਰੇਗਾ, ਸਿੱਖ ਚੁੱਪ ਨਹੀਂ ਕਰੇਗਾ, ਭਾਵੇਂ ਉਹਦੇ ਵਾਸਤੇ ਉਹਨੂੰ ਸਾਰਾ ਕੁਝ ਵਾਰਨਾ ਪੈ ਜਾਏ। ਤੇ ਗੁਰੂ ਕੇ ਸਵਾਰਿਓ, ਜੇ ਕਿਤੇ ਸਿੱਖ ਦੀ ਹੇਠੀ ਕਰਨ ਤੇ ਕੋਈ ਬੰਦਾ ਆ ਜਾਏ ਤੇ ਫਿਰ ਯਾਦ ਰੱਖਣਾ, ਸਿੱਖ ਨਹੀਂ ਬੋਲੇਗਾ, ਫਿਰ ਉੱਥੇ ਗੁਰੂ ਬੋਲ ਪਏਗਾ, ਗੁਰੂ ਨੂੰ ਕੰਮ ਕਰਨਾ ਪਏਗਾ। ਤੇ ਕਦੀ ਜ਼ਿੰਦਗੀ ਵਿੱਚ ਅਜਮਾ ਕੇ ਵੇਖ ਲੈਣਾ। ਇਸ ਲਈ ਥੋੜਾ ਜਿਹਾ ਦੇਖ ਕੇ ਹੱਥ ਪਾਉਣਾ ਚਾਹੀਦਾ ਹੈ, ਕਿਉਂਕਿ ਇਹ ਬੜੀ ਵੱਡੀ ਸਮੱਸਿਆ ਹੈ। ਸਿੱਖ ਨਹੀਂ ਕਰਨਾ ਚਾਹੇਗਾ, ਇਹ ਬਹੁਤ ਵੱਡੀ ਸਮੱਸਿਆ ਹੈ ਗੁਰੂ ਵਾਸਤੇ, ਕਿ ਉਹ ਆਪਣੇ ਨੇੜੇ ਰਹਿਣ ਵਾਲੇ ਦੀ ਹੇਠੀ ਸਹਾਰ ਹੀ ਨਹੀਂ ਸਕਦਾ। ਬਿਲਕੁਲ ਨਹੀਂ ਇਸ ਤਰ੍ਹਾਂ ਹੋ ਸਕਦਾ। ਭਾਵੇਂ ਸਿੱਖ ਕਹੀ ਵੀ ਜਾਏ ਵੀ ਇਹਨੂੰ ਛੱਡ ਦਿਓ, ਨਹੀਂ ਛੱਡੇਗਾ। ਇਹ ਉਹਦਾ ਸੁਭਾਅ ਹੈ, ਇਹ ਉਹਦਾ ਪਿਆਰ ਹੈ, ਇਹ ਉਹਦੀ ਮੁਹੱਬਤ ਹੈ ਸਿੱਖ ਦੇ ਨਾਲ। ਜਦੋਂ ਉਹਨੇ ਕਿਹਾ ਨਾ ਕਿ ਗੁਰੂ ਨਾਨਕ ਸਾਹਿਬ ਨੂੰ ਮੱਥਾ ਲੋਕ ਤਾਂ ਟੇਕਦੇ ਸਨ ਸਾਡੇ ਕਰਕੇ, ਸਤਿਗੁਰਾਂ ਨੇ ਇੱਕ ਬਚਨ ਕਹਿ ਦਿੱਤਾ। ਕਹਿਣ ਲੱਗੇ, ਜਿਸ ਗੁਰੂ ਨਾਨਕ ਨੇ ਤੁਹਾਨੂੰ ਬਣਾਇਆ, ਕਿਰਪਾ ਕੀਤੀ, ਰਹਿਮਤਾਂ ਕੀਤੀਆਂ ਨੇ, ਤੁਸੀਂ ਉਹਦੀ ਨਿੰਦਿਆ ਕਰਨ ਲੱਗ ਗਏ ਹੋ, ਕਿਉਂ ਆਫਰ ਗਏ ਹੋ? ਗੁਰੂ ਨੇ ਤੁਹਾਨੂੰ ਬੜੀਆਂ ਬਖਸ਼ਾਂ ਦਿੱਤੀਆਂ ਸਨ, ਭ੍ਰਿਸ਼ਟ ਹੋ ਗਏ, ਚਲੇ ਗਏ। ਨਾਲ ਇਹ ਬਚਨ ਕਹਿ ਦਿੱਤਾ, ਇਹਨਾਂ ਦੇ ਮੱਥੇ ਕੋਈ ਨਾ ਲੱਗੇ। ਅਫਾਰਾ ਵੀ ਪਿਆ ਇਤਿਹਾਸ ਸੇ ਕਹਿੰਦਾ, ਚਲੇ ਗਏ, ਭਟਕਦੇ ਰਹੇ। ਜਿਹੜਾ ਸਿੱਖ ਅੱਗੋਂ ਆਉਂਦਾ ਪਾਸੇ ਹੋ ਜਾਂਦਾ, ਕੋਈ ਮਿਲਣ ਵਾਸਤੇ ਤਿਆਰ ਨਹੀਂ। ਜਦੋਂ ਬਿਲਕੁਲ ਭ੍ਰਿਸ਼ਟ ਹੋ ਗਏ, ਕਲਪਦੇ ਰਹੇ, ਦੁਖੀ ਹੋ ਗਏ, ਗੁਰੂ ਕੋਲ ਜਾਣ ਦਾ ਰਸਤਾ ਨਹੀਂ, ਕਿਉਂਕਿ ਸਿੱਖ ਕੋਲ ਵੀ ਨਹੀਂ ਜਾ ਸਕਦੇ। ਤੇ ਇਤਿਹਾਸ ਨੇ ਇੱਥੋਂ ਤੱਕ ਬਚਨ ਕਿਹਾ, ਜੇ ਕੋਈ ਸਿੱਖ ਇਹਨਾਂ ਨੂੰ ਸਾਡੇ ਕੋਲ ਬਖਸ਼ਾਉਣ ਵਾਸਤੇ ਲਿਆਏਗਾ, ਉਹਦਾ ਮੂੰਹ ਕਾਲਾ ਕੀਤਾ ਜਾਏਗਾ। ਬੜੇ ਸਖਤੀ ਵਿੱਚ ਆ ਗਏ ਗੁਰੂ ਅਰਜਨ ਦੇਵ ਜੀ। ਵੇਖੋ, ਇਹ ਉਹ ਗੁਰੂ ਅਰਜਨ ਦੇਵ ਜੀ ਨੇ ਜਿਨ੍ਹਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਤੇ 4 ਹਮਲੇ ਕੀਤੇ ਮਰਵਾਉਣ ਵਾਸਤੇ। ਦਹੀਂ ਵਿੱਚ ਜ਼ਹਿਰ ਪਾਇਆ ਗਿਆ, ਕਈ ਕੁਝ ਕੀਤਾ ਪ੍ਰਿਥੀ ਚੰਦ ਨੇ, ਪਰ ਉਹਨਾਂ ਨੇ ਫਿਰ ਵੀ ਉਹਨਾਂ ਦਾ ਭਲਾ ਮੰਗਿਆ, ਕੋਈ ਅਪਸ਼ਬਦ ਜਾਂ ਇਸ ਤਰ੍ਹਾਂ ਦੀ ਗੱਲ ਨਹੀਂ ਕਹੀ। ਪਰ ਅੱਜ ਗੁਰੂ ਨਾਨਕ ਦੀ ਨਿੰਦਿਆ ਕਰਨ ਵਾਲਿਆਂ ਦੇ ਸਬੰਧ ਵਿੱਚ ਇਹ ਬਚਨ ਕਹਿ ਦਿੱਤੇ, ਇਹਨਾਂ ਦੇ ਮੱਥੇ ਕੋਈ ਨਾ ਲੱਗੇ, ਜਿਹੜਾ ਇਹਨਾਂ ਨੂੰ ਬਖਸ਼ਾਉਣ ਵਾਸਤੇ ਲੈ ਕੇ ਆਇਆ ਉਹਦਾ ਮੂੰਹ ਕਾਲਾ ਕਰਾਂਗੇ। ਅਖੀਰ ਨੂੰ ਉਹਨਾਂ ਨੂੰ ਕਿਸੇ ਕਿਹਾ ਕਿ ਲਾਹੌਰ ਦੇ ਅੰਦਰ ਇੱਕ ਭਾਈ ਲੱਧਾ ਕਹਿੰਦੇ ਨੇ, ਉਹਨੂੰ ਪਰਉਪਕਾਰੀ ਨਾਮ ਕਹਿੰਦੇ, ਦੂਸਰਿਆਂ ਦੇ ਦੁੱਖ ਆਪਣੇ ਤੇ ਲੈ ਲੈਂਦਾ, ਬ੍ਰਹਮ ਗਿਆਨੀ ਹੈ, ਚਲੇ ਜਾਓ, ਸ਼ਾਇਦ ਉਹਦਾ ਸੁਭਾਅ ਹੈ ਬਖਸ਼ਾਉਣ ਵਾਲਾ, ਸ਼ਾਇਦ ਤੁਹਾਡੇ ਤੇ ਤਰੁੱਠ ਪਏ ਤੇ ਤੁਹਾਡਾ ਜੀਵਨ ਬਖਸ਼ਿਆ ਜਾਏ ਗੁਰੂ ਨਾਨਕ ਦੇ ਘਰੋਂ। ਇਹ ਦੋਵੇਂ ਉਹਦੇ ਕੋਲ ਗਏ, ਭਾਈ ਲੱਧੇ ਪਰਉਪਕਾਰੀ ਦੇ ਘਰ ਗਏ, ਸਾਰੀ ਵਾਰਤਾ ਦੱਸੀ। ਉਹਨੇ ਇੱਕ ਗੱਲ ਕਹੀ ਸੀ, ਪਿਆਰਿਓ,
ਤੁਹਾਡਾ ਮਸਲਾ ਤੇ ਬਹੁਤ ਵੱਡਾ ਹੈ। ਇੱਕ ਨਿੰਦਕ ਹੁੰਦਾ ਹੈ ਆਮ ਬੰਦੇ ਦਾ, ਇੱਕ ਨਿੰਦਕ ਹੁੰਦਾ ਹੈ ਆਪਣੇ ਪਰਿਵਾਰ ਦੇ ਲੋਕਾਂ ਦਾ, ਕੋਈ ਨਿੰਦਕ ਹੁੰਦਾ ਹੈ ਰਾਜਨੀਤਿਕਾਂ ਦਾ, ਕੋਈ ਨਿੰਦਕ ਹੁੰਦਾ ਹੈ ਸਮਾਜਿਕ ਲੋਕਾਂ ਦਾ। ਪਰ ਤੁਸੀਂ ਤੇ ਨਿੰਦਿਆ ਉੱਥੇ ਕਰ ਲਈ ਜਿੱਥੋਂ ਬਖਸ਼ਣਾ ਬੜਾ ਮੁਸ਼ਕਲ ਹੈ, ਗੁਰੂ ਨਿੰਦਿਆ ਕਰ ਲਈ ਹੈ। ਇਸ ਕਰਕੇ ਤੁਰ ਪਏ ਭਾਈ ਲੱਦਾ ਜੀ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਨੇ। ਵਚਨ ਦਾ ਉਹਨਾਂ ਨੂੰ ਪਤਾ ਸੀ ਤੇ ਇਤਿਹਾਸ ਕਹਿੰਦਾ ਉਹਨਾਂ ਥੋੜੀ ਜਿਹੀ ਕਾਲਖ ਲੈ ਕੇ ਆਪ ਹੀ ਆਪਣੇ ਮੂੰਹ ਤੇ ਲਾ ਲਈ। ਨਾਲ ਪਿੱਛੇ ਪਿੱਛੇ ਇਹ ਸੱਤਾ ਤੇ ਬਲਵੰਡਾ ਆ ਰਹੇ ਨੇ। ਦਰਬਾਰ ਵਿੱਚ ਪਹੁੰਚੇ, ਸਤਿਗੁਰਾਂ ਨੇ ਪੁੱਛਿਆ ਕੌਣ ਆ ਰਿਹਾ? ਬੜੇ ਲੋਕ ਪਿੱਛੇ ਨੇ। ਭਾਈ ਲੱਦਾ ਹਾਜ਼ਰ ਹੋ ਗਿਆ ਦੋਵਾਂ ਨੂੰ ਲੈ ਕੇ। ਕਹਿਣ ਲੱਗਾ ਸਤਿਗੁਰੂ ਭਾਵੇਂ ਕਿਵੇਂ ਕੀਤਾ ਨੇ ਪਰ ਹੈਣ ਤੁਹਾਡੇ ਬਖਸ਼ ਲਓ, ਕਿਰਪਾ ਕਰੋ ਮੇਰੇ ਵਾਸਤੇ ਬਖਸ਼ ਦਿਓ। ਸਤਿਗੁਰਾਂ ਨੇ ਭਾਈ ਲੱਦੇ ਨੂੰ ਇੱਕ ਗੱਲ ਕਹੀ ਸੀ, ਲੱਦਿਆ ਤੂੰ ਵੀ ਗੁਰੂ ਨਾਨਕ ਦਾ ਪਿਆਰਾ ਹੈ। ਪਿਆਰ ਇਹ ਵੀ ਕਰਦੇ ਸਨ, ਮੇਰਾ ਵੀ ਪਿਆਰ ਗੁਰੂ ਨਾਨਕ ਦੇ ਨਾਲ ਹੈ। ਪਰ ਇੱਕ ਗੱਲ ਯਾਦ ਰੱਖੀ, ਤੇਰੇ ਕਰਕੇ ਇਹਨਾਂ ਨੂੰ ਮੈਂ ਬਖਸ਼ ਦਿੱਤਾ ਹੈ, ਨਹੀਂ ਤੇ ਪਰਲੋਕ ਤੱਕ ਵੀ ਇਹਨਾਂ ਨੂੰ ਕਿਸੇ ਥਾਂ ਨਹੀਂ ਸੀ ਦੇਣੀ। ਤੇਰੇ ਕਰਕੇ ਇਹਨਾਂ ਨੂੰ ਮੈਂ ਬਖਸ਼ ਦੇਣਾ, ਫਿਰ ਉਸੇ ਤਾਂ ਇਹ ਬਖਸ਼ੇ ਜਾਣਗੇ ਜਿਸ ਜ਼ੁਬਾਨ ਨਾਲ ਇਹਨਾਂ ਨਿੰਦਿਆ ਕੀਤੀ ਏ, ਉਸੇ ਜ਼ੁਬਾਨ ਨਾਲ ਗੁਰੂ ਨਾਨਕ ਦੀ ਉਸਤਤ ਕਰਨਗੇ ਤਾਂ ਬਖਸ਼ੇ ਜਾਣਗੇ। ਤੇ ਫਿਰ ਉਹਨਾਂ ਨੇ ਪਿਆਰ ਵਿੱਚ ਆ ਕੇ ਗੁਰੂ ਨਾਨਕ ਦੀ ਉਸਤਤ ਦੇ ਅੰਦਰ ਸੱਤੇ ਤੇ ਬਲਵੰਡੇ ਦੀ ਵਾਰ ਜਿਹੜੀ ਤੁਸੀਂ ਪੜ੍ਹਦੇ ਹੋ ਉਹ ਉਚਾਰਨ ਕੀਤੀ, ਉਹ ਗਾਈ ਦਰਬਾਰ ਦੇ ਵਿੱਚ ਕੀਰਤਨ ਕੀਤਾ ਤੇ ਨਿੰਦਿਆ ਦਾ ਉਹਨਾਂ ਦੇ ਜੀਵਨ ਦੇ ਵਿੱਚੋਂ ਜਿਹੜਾ ਰੋਗ ਹਟਿਆ। ਇਸ ਲਈ ਬਹੁਤ ਵੱਡਾ ਰੋਗ ਉਹਨਾਂ ਲੋਕਾਂ ਦੇ ਸੰਬੰਧ ਵਿੱਚ ਵੇਖ ਕੇ ਬੋਲਣਾ। ਅੱਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨਿੰਦਕ ਦੀ ਪਰਿਭਾਸ਼ਾ ਕਰਦੇ ਨੇ, ਉਹਨੇ ਇੰਨਾ ਸੁੰਦਰ ਜੀਵਨ ਕਿਵੇਂ ਨਿੰਦਿਆ ਕਰ ਕਰਕੇ ਗਵਾ ਲਿਆ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਲੰਬਾ ਸ਼ਬਦ ਇੱਕ ਇੱਕ ਪੰਕਤੀ ਦੇ ਵਿੱਚ ਨਿੰਦਕ ਦੀ ਪਰਿਭਾਸ਼ਾ ਤੇ ਪ੍ਰਭੂ ਦੇ ਪਿਆਰੇ ਸੰਤਾਂ ਦੀ ਵਿਆਖਿਆ ਉਹਨਾਂ ਨੇ ਕੀਤੀ ਹੈ। ਸਤਿਗੁਰੂ ਕਿਰਪਾ ਕਰ ਰਹੇ ਹਨ। ਨਿੰਦਕ ਕੀ ਕਾਰਜ ਕਰਦਾ? ਸਾਹਿਬ ਕਹਿੰਦੇ ਨੇ ਜਿਸ ਦੀ ਮਨੁੱਖ ਨਿੰਦਿਆ ਕਰਦਾ ਹੈ ਉਹਦੇ ਕਈ ਜਨਮਾਂ ਦੀ ਮੈਲ ਧੋਂਦਾ ਹੈ, ਧੋ ਧੋ ਕੇ ਆਪਣੇ ਕੋਲ ਲੈ ਆਉਂਦਾ ਹੈ। ਜਨਮ ਜਨਮ ਕੀ ਮਲ ਧੋਵੈ ਪਰਾਈ। ਕਿਉਂਕਿ ਇਹ ਗੱਲ ਸਾਫ਼ ਹੈ, ਜਦੋਂ ਅਸੀਂ ਕਿਸੇ ਬਾਰੇ ਸੋਚਨੇ ਆ, ਚਿਤਵਨੀ ਕਰਨੇ ਆ, ਕਿਸੇ ਨੂੰ ਯਾਦ ਕਰਨੇ ਆ, ਜਦੋਂ ਕਿਸੇ ਨਾਲ ਈਰਖਾ ਕਰਨੇ ਆ, ਕਿਸੇ ਦੇ ਨਾਲ ਅੰਦਰੋਂ ਸਾੜਾ ਕਰਨੇ ਆ, ਤੇ ਇਹ ਇੱਕ ਸਚਾਈ ਹੈ ਕਿ ਸਾਡੇ ਧਿਆਨ ਦੇ ਰਾਹੀਂ ਉਹਦੇ ਧਿਆਨ ਨਾਲ ਸੰਪਰਕ ਹੋ ਜਾਂਦਾ ਹੈ। ਉਹਦੇ ਅੰਤਿਸ਼ ਕਰਨ ਦੇ ਨਾਲ ਧਿਆਨ ਦੁਆਰਾ ਸਾਡੇ ਵਿੱਚ ਸੰਪਰਕ ਜੁੜ ਜਾਂਦਾ ਹੈ। ਸਾਡੀ ਯਾਦ ਤੇ ਉਹਦੀ ਯਾਦ ਵਿੱਚ ਸਾਂਝ ਬਣ ਜਾਂਦੀ ਹੈ। ਦੋਵਾਂ ਦਾ ਮਨ ਮਿਲ ਜਾਂਦਾ ਹੈ, ਜਿਹੜਾ ਨਿੰਦਿਆ ਕਰ ਰਿਹਾ ਹੈ ਤੇ ਜਿਹਦੀ ਨਿੰਦਿਆ ਹੋ ਰਹੀ ਹੈ। ਹੁਣ ਇਹ ਕੁਦਰਤੀ ਤੌਰ ਤੇ ਜਿਹੜਾ ਮੈਲਾ ਹੈ ਉਹ ਪਵਿੱਤਰ ਵੱਲ ਆਏਗਾ, ਤੇ ਜਿਹੜਾ ਨਿੰਦਿਆ ਕਰ ਰਿਹਾ ਹੈ ਉਹ ਨਿੰਦਿਆ ਦੇ ਰਾਹੀਂ ਉਸ ਨਿੰਦਕ ਜਿਹਦੀ ਉਹ ਨਿੰਦਿਆ ਕਰ ਰਿਹਾ ਹੁੰਦਾ ਹੈ ਉਹਦੇ ਵਿੱਚ ਜਿੰਨੇ ਅਪਰਾਧ ਹੁੰਦੇ ਨੇ, ਜਿੰਨੇ ਪਾਪ ਹੁੰਦੇ ਨੇ, ਜਿੰਨੇ ਗੁਨਾਹ ਹੁੰਦੇ ਨੇ, ਉਹਦੇ ਮਨ ਦੇ ਵਿੱਚੋਂ ਖਿੱਚ ਕੇ ਆਪਣੇ ਮਨ ਵਿੱਚ ਲਈ ਆਉਂਦਾ। ਇਸ ਲਈ ਨਿੰਦਕ ਦਾ ਬਹੁਤ ਵੱਡਾ ਲਾਭ ਵੀ ਹੋ ਜਾਂਦਾ ਹੈ। ਜਿਹੜਾ ਮਨੁੱਖ ਨਿੰਦਕ, ਜਿਸ ਦੀ ਨਿੰਦਿਆ ਹੁੰਦੀ ਹੈ, ਉਹਦਾ ਬਹੁਤ ਵੱਡਾ ਫਾਇਦਾ ਹੋ ਜਾਂਦਾ ਇਹਦੇ ਵਿੱਚ। ਜਦੋਂ ਅਸੀਂ ਉਹਦੀ ਨਿੰਦਿਆ ਕਰਨੇ ਆ, ਜਦੋਂ ਉਹਦੇ ਵਿਰੋਧ ਦੇ ਵਿੱਚ ਸੋਚਨੇ ਆ, ਕੇਵਲ ਬੋਲਣਾ ਨਹੀਂ, ਜਦੋਂ ਅਸੀਂ ਚਿਤਵਨੀ ਕਰਨੇ ਆ ਤੇ ਚਿਤਵਨੀ ਉਹਦੇ ਮਨ ਨੂੰ ਹੋਰ ਜ਼ਿਆਦਾ ਸਾਫ਼ ਕਰਦੀ ਹੈ। ਇਹ ਜ਼ਰੂਰੀ ਨਹੀਂ ਅਸੀਂ ਮੂੰਹ ਤੋਂ ਬੋਲ ਪਈਏ। ਉਹਨੂੰ ਦੂਸਰਾ ਤਰੀਕਾ ਦੱਸਿਆ ਹੈ, ਉਹਨੂੰ ਈਰਖਾ ਕਿਹਾ ਬਾਣੀ ਦੇ ਵਿੱਚ। ਜਦੋਂ ਬੰਦਾ ਮਨ ਵਿੱਚ ਚਿਤਵਨੀ ਚਿਤਵਦਾ ਕਿਸੇ ਪ੍ਰਤੀ, ਮਾੜਾ ਸੋਚਦਾ, ਬੁਰਾ ਲੋਚਦਾ ਉਸਦਾ, ਤੇ ਜਦੋਂ ਉਹ ਮਾੜਾ ਸੋਚੇਗਾ ਮੂੰਹ ਤੋਂ ਬੋਲੇਗਾ ਨਹੀਂ। ਇਸ ਤਰ੍ਹਾਂ ਦੇ ਧਾਰਮਿਕ ਨਿੰਦਕਾਂ ਦੀ ਗਿਣਤੀ ਦੁਨੀਆ ਵਿੱਚ ਬਹੁਤ ਜ਼ਿਆਦਾ ਹੈ, ਜਿਹੜੇ ਮੂੰਹ ਤੋਂ ਮਿੱਠਾ ਬੋਲਦੇ ਨੇ, ਅੰਦਰੋਂ ਈਰਖਾ ਕਰਦੇ ਨੇ। ਮੂੰਹ ਤੋਂ ਨਹੀਂ ਪਤਾ ਲੱਗੇਗਾ। ਇਹਨੂੰ ਹੀ ਤੇ ਬਾਬਾ ਫਰੀਦ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਹੈ, ਬੜੇ ਪਿਆਰੇ ਲਫ਼ਜ਼ ਆਉਂਦੇ ਨੇ। ਉਹ ਕਹਿੰਦੇ, ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ,
बाहर दिसै चानना दिल अंधियारी रात। ये धार्मिक लोग ने, बाहरों ते बोल नहीं सकते, लोग वेखते ने। आम बंदा ते बोल जाता है, ते जेड़ा बोल के निंदिया कर जाए ਉਹਦਾ फिर भी कुछ ना कुछ लाभ हो जाता, क्योंकि कोई सुन लैंदा है, ਉਹਦੀ निंदिया कर दिंदा भी ये निंदक है, कुछ ना कुछ ਉਹਨੂੰ लाभ हो गया। पर ये गुम हो के जेड़े ईर्खा करने वाले लोग ने, ये उस तो भी खतरनाक है, क्योंकि विच विच करी जाता मनुख, बड़े ढंग तरीके नाल करदा है। ਕੰਨ मुसला, मोढे ते हजूरिया रखिया होया है। मुसला वैसे शब्द जिहड़ा है कपड़ा इहदा अर्थ है, वो कपड़ा जिहदे उत्ते एक मुसलमान सज्जन बह के नमाज पढ़दे ने। ਕੰਨ दे अर्थ ने मोढा। कहन लगे मोढे ते कपड़ा रखिया होया नमाज पढ़न वाला। ते मेरी आदत है भी जदों किसी दे धर्म दे चिन्ह की गल करिए नाल अपने भी तो उस तरह ने। कई बारी कई सज्जन कहते हैं ये तो प्रेम का विषय ने, फिर उन्हों का प्रेम नहीं अपने चिन्हों के नाल। जे अपने चिन्ह प्रेम का विषय ने, प्रेम उन्हों का भी है, तो जे उन्होंने पखंड किया बाणी ने तो पखंड साडे भी बन सकते हैं। ये साडा पक्षपात है, तो इस पक्षपात ने साडे हंकार नूं पालिया है, तो जिन्ने असी हंकारी होए हैं उन्ने कमाई तो दूर चले गए हैं। भी सानू हुण की लोड़ है, गुरु ने सानू पा दिते ने 5-6 चीज़ां गल विच, बस हुण परवाह ही कोई नहीं। 2-4 साखियां असीं याद कर लियां भी सिख एक दिन विच सचखंड पहुंच जांदा है, तुहानू साल लगेगा। ये झूठी तसल्ली ठीक है, वो ब्रह्म ज्ञानी की अवस्था है जिहड़ा गुरु दे आखे लग के तुर पैंदा है। एवें ना मन की कल्पना के सहारे ते जपजी साहब कदी पढ़िया नहीं ते कह दिता भी गुरु हरगोबिंद साहब ने सारे सिखां नूं पुछया सी, पंडित ने गढ़ पुराण की कथा सुनाई, वो कहंदा जी साल विच पहुंचने आ। ते भाई विधि चंद कहंदे महाराज साल की लाउणा, मैं ते हुणे चला जाना 2-4 मिनटां विच। पर यह साखी साडे ते नहीं घटेगी, क्योंकि विधि चंद विच ते साडे विच जमीन आसमान का फर्क है। ये सानू फैला देगी सिर्फ भी असी बहुत वड्डे सिख हाँ, पर यह वेखिए भी विधि चंद बारे गुरु के बचन की ने। विधि चंद छीना गुरु का सीना, विधि चंद तेरा शरीर ते मेरा शरीर इको है, तेरा दिल ते मेरा दिल इको है, असी दोवें बिल्कुल एक हाँ। विधि चंद छीना गुरु का सीना, कदे कमी ना है। ते जदों विधि चंद नूं पुछया की मंगना है, उन्हें 3 चीज़ां मंगियां भाई साहब भाई विधि चंद ने। जे आपां उन्हां नाल जीवन जोड़ना है तो उन्हां दा जीवन वेखीए भी किवें दा सी। जे वो 1-2 मिनटां विच सचखंड दा परलोक दा सफर मुका सकदे ने, मंगदे की सन ते गुरु का बचन उन्हां दे प्रति की सी। जदों क्या विधि चंद मंगो कुछ बड़ी सेवावां कीतियां ने तुसां, उन्हां 3 चीज़ां मंगियां। कहन लगे एक गल नाम का रंग, दूसरी गल साध का संग, ते तीसरी गल निश्चा अपंग। ये 3 दातां मंगियां सन बाबे विधि चंद ने। हुण इत्थे ध्यान रखना भी ये चीज़ां गुरु तो मंग रहे ने, इहदा मतलब गुरु दे सामने खलो के भी साध संगत मंगण दी लोड़ है। ये जिहड़े 3 शब्द ने ना, साडे हंकार नूं सट मारनगे भी आपां कहने असीं ते आप ही ब्रह्म ज्ञानी, सानू कोई लोड़ नहीं संगत करन दी किसे दी। जे विधि चंद नूं गुरु हरगोबिंद साहब दे सामने खलो के मंगना पैंदा भी साध दा संग, ते मेरे ख्याल विच आपां ते गुरु हरगोबिंद साहब दे सामने कदी नहीं गए। फिर भी आपां कहने सानू साध संगत दी लोड़ नहीं है। की लोड़ है, उत्थे की है, कारण की है? असी सिर्फ सिक्खी दा लेबल लाया, सिक्खी नूं कमाया नहीं है। जेड़े सिख बने ने उन्हां गुरु तो साधु संगत मंगी है। नाम दा रंग, साध दा संग, निश्चा अपंग, ये 3 चीज़ां मैनू दिओ। मैं बेनती कर रहा सां, वो बहुत वड्डियां गल्लां ने। मैं मुसल्ले दी बेनती कर रहा सां, ये मत समझिए कि आपां कुछ कपड़े पा लए ने। जदों किसी ने भाई गुरदास जी तो गुरु ग्रंथ साहिब जी का सारांश पूछया सी, गुरु ग्रंथ साहिब जी का सारांश तात्पर्य
ਤਤ ਕੀ ਹੈ। ਤੇ ਭਾਈ ਗੁਰਦਾਸ ਜੀ ਨੇ ਮੱਕੇ ਵਾਲੀ ਵਾਰਤਾ ਸੁਣਾਈ ਸੀ ਤੇ ਨਾਲ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ ਕਿ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਇਹ ਸਾਰ ਤਤ ਹੈ, ਇਹ ਕੁੰਜੀ ਹੈ ਭਾਈ ਗੁਰਦਾਸ ਜੀ ਦੀ ਬਾਣੀ। ਜੀਵਨ ਕਮਾਉਣ ਦੇ ਨਾਲ ਬਣਦਾ ਹੈ, ਕੇਵਲ ਪਹਿਨਣ ਨਾਲ ਨਹੀਂ ਹੈ। ਇਸ ਲਈ ਮੁਸੱਲਾ ਸ਼ਬਦ ਮੁਸਲਮਾਨਾਂ ਨਾਲ ਸੰਬੰਧਿਤ ਨਹੀਂ ਇਕੱਲਾ। ਅਸੀਂ ਵੀ ਜਿਹੜੇ ਕੱਪੜੇ ਪਾਵਾਂਗੇ ਸਾਡੇ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਹੀ ਕਹਿ ਰਹੇ। ਤੇ ਜੇ ਸਾਡੀ ਸ਼ਰਧਾ ਟੁੱਟਦੀ ਹੈ ਫਿਰ ਉਹਨਾਂ ਦੀ ਸ਼ਰਧਾ ਵੀ ਟੁੱਟਦੀ ਹੋਏਗੀ। ਜੇ ਆਪਾਂ ਕਹੀਏ ਵੀ ਆਪਾਂ ਜੇ ਵਿੱਚ ਆਪਣੇ ਕਕਾਰ ਲਿਆਵਾਂਗੇ ਨਾ, ਸਾਡੀ ਸ਼ਰਧਾ ਫਿਰ ਸੰਗਤਾਂ ਦੀ ਟੁੱਟ ਜਾਏਗੀ ਸਿੱਖੀ ਤੋਂ ਬਾਹਰੋਂ, ਤੇ ਉਹਨਾਂ ਵਿਚਾਰਿਆਂ ਦੀ ਵੀ ਸ਼ਰਧਾ ਹੋਏਗੀ ਆਪਣੇ ਚਿੰਨ੍ਹਾਂ ਤੇ ਜ਼ਰੂਰ। ਪਰ ਇਹਦੇ ਵਿੱਚ ਅਸੀਂ ਆਪਣੇ ਹੰਕਾਰ ਨੂੰ ਬਚਾ ਕੇ ਰੱਖਨੇ ਆ ਨਹੀਂ। ਗੁਰਮਤਿ ਨੇ ਜਦੋਂ ਜਨੇਊ ਦੀ ਗੱਲ ਕੀਤੀ ਉਦੋਂ ਸਾਰੇ ਧਰਮਾਂ ਦੇ ਚਿੰਨ੍ਹਾਂ ਦੀ ਵਿਆਖਿਆ ਕੀਤੀ। ਗੁਰਮਤਿ ਨੇ ਜਦੋਂ ਮੁਸੱਲੇ ਦੀ ਗੱਲ ਕੀਤੀ ਤਾਂ ਵੀ ਸਾਰੇ ਧਰਮਾਂ ਦੀ ਵਿਆਖਿਆ ਕੀਤੀ। ਬਾਬਾ ਫਰੀਦ ਸਾਹਿਬ ਕਹਿੰਦੇ ਰੱਬਾ ਕੰਨ ਮੁਸੱਲਾ, ਮੇਰੇ ਮੋਢੇ ਤੇ ਮੁਸੱਲਾ ਰੱਖਿਆ ਹੋਇਆ ਹੈ, ਲੋਕ ਮੈਨੂੰ ਦਰਵੇਸ਼ ਕਹਿੰਦੇ ਨੇ। ਕੰਨ ਮੁਸੱਲਾ ਸੂਫ ਗਲ, ਤੇ ਗਲ ਮੈਂ ਉਹ ਸੂਫ ਕਪਣੀ ਪਾਈ ਹੋਈ ਹੈ, ਮੈਨੂੰ ਲੋਕ ਫਕੀਰ ਕਹਿੰਦੇ ਨੇ। ਦਿਲ ਕਾਤੀ, ਮੇਰੇ ਦਿਲ ਵਿੱਚ ਈਰਖਾ ਦੀ ਦਾਤਰੀ ਹੈ, ਈਰਖਾ ਦੀ ਕਰਦ ਹੈ। ਕਾਤੀ ਦੇ ਅਰਥ ਨੇ ਕੱਟਣ ਵਾਲੀ ਚੀਜ਼। ਮੇਰੇ ਦਿਲ ਵਿੱਚ ਕਰਦ ਈਰਖਾ ਦੀ, ਮੈਂ ਸੜਦਾ ਰਹਿਣਾ। ਦਿਲ ਕਾਤੀ ਗੁੜ ਵਾਤ, ਵਾਤ ਦਾ ਅਰਥ ਹੈ ਮੂੰਹ, ਤੇ ਮੂੰਹ ਵਿੱਚੋਂ ਬੜੀਆਂ ਮਿੱਠੀਆਂ ਗੱਲਾਂ ਕੱਢਣਾ। ਇਹ ਵਿਅਕਤੀ ਬਹੁਤ ਖਤਰਨਾਕ ਹੁੰਦਾ ਹੈ, ਕਿਉਂਕਿ ਜਿਹਦੇ ਅੰਦਰ ਈਰਖਾ ਹੈ, ਜੇ ਬਾਹਰ ਉਹਦੇ ਕਾਤੀ ਚੱਲਦੀ ਹੈ ਨਾ ਦਾਤਰੀ, ਬੰਦਾ ਉਹਦੇ ਤੋਂ ਬਚਾਅ ਕਰ ਲੈਂਦਾ ਵੀ ਇਹ ਬੰਦਾ ਬਹੁਤ ਕੌੜਾ ਹੈ, ਗਲਤ ਹੈ, ਪਾਸੇ ਹੋ ਜਾਏਗਾ। ਪਰ ਇਹਦਾ ਕੀ ਕਰੋਗੇ ਜਿਹੜਾ ਬੁੱਕਲ ਵਿੱਚ ਸੱਪ ਬਣ ਕੇ ਬੈਠਾ ਹੈ, ਪਤਾ ਹੀ ਕੋਈ ਨਹੀਂ ਗਲੇ ਤੇ ਕਦੋਂ ਡੰਗ ਮਾਰ ਜਾਏ। ਇਹ ਬਹੁਤ ਖਤਰਨਾਕ ਨਿੰਦਕ ਹੈ ਜਿਹੜਾ ਮੂੰਹ ਤੋਂ ਉਸਤਤ ਕਰਦਾ ਤੇ ਅੰਦਰੋਂ ਦਾਤਰੀ ਫੇਰਦਾ ਹੈ। ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ, ਬਾਹਰੋਂ ਬਾਹਰੋਂ ਸਾਰਾ ਚਾਨਣ, ਦਿਲ ਅੰਧਿਆਰੀ ਰਾਤ, ਅੰਦਰਲੇ ਪਾਸੇ ਘੁੱਪ ਹਨੇਰਾ ਹੈ। ਇਸ ਲਈ ਇਹ ਨਿੰਦਿਆ ਦਾ ਜਿਹੜਾ ਅੰਦਰਲਾ ਰੂਪ ਹੈ ਈਰਖਾ, ਚੁੱਪ ਕਰਕੇ ਕਰਨਾ, ਇਹਦੇ ਤੋਂ 50% ਧਾਰਮਿਕ ਲੋਕ ਪੀੜਿਤ ਨੇ। ਮੂੰਹ ਤੋਂ ਨਿੰਦਿਆ ਨਹੀਂ ਕਰ ਸਕਦੇ, ਕਰਨ ਕੀ ਲੋਕ ਸੁਣਦੇ ਨੇ। ਤੇ ਫਿਰ ਲੋਕ ਕਹਿਣਗੇ ਵੀ ਸਾਨੂੰ ਤੇ ਵਿਆਖਿਆ ਵਿੱਚ ਸਮਝਾਉਂਦੇ ਨੇ ਵੀ ਨਿੰਦਿਆ ਨਾ ਕਰੋ, ਆਪ ਤੇ ਨਿੰਦਿਆ ਕਰ ਰਹੇ ਨੇ। ਇਸ ਲਈ ਦੂਸਰਾ ਤਰੀਕਾ ਵਰਤ ਲਿਆ, ਚੁੱਪ ਕਰਕੇ ਕਰੋ। ਆਪ ਤੇ ਬੋਲ ਰਹੇ ਨੇ ਹਰ ਰੋਜ਼, ਨਿੰਦਿਆ ਭਲੀ ਕਿਸੇ ਦੀ ਨਾਹੀ, ਨਿੰਦਾ ਭਲੀ ਕਿਸੇ ਦੀ ਨਾਹੀ, ਮਨਮੁਖ ਮੁਗਧ ਕਰਨ। ਤੇ ਜੇ ਹੁਣ ਅਸੀਂ ਕਰਾਂਗੇ ਸਾਨੂੰ ਵੀ ਲੋਕ ਮਨਮੁਖ ਕਹਿਣਗੇ, ਫਿਰ ਕੌਣ ਕਹੇਗਾ ਇਹ ਗੁਰਮੁਖ ਹੈ। ਇਸ ਕਰਕੇ ਕਰਨੀ ਜ਼ਰੂਰ ਹੈ। ਹੁਣ ਚੁੱਪ ਕਰਕੇ ਕਰੋ, ਪਰਦਾ ਪਾ ਦਿਓ, ਢੱਕ ਦਿਓ। ਪਰ ਪਰਦਾ ਸੰਸਾਰ ਅੱਗੇ ਪੈ ਸਕਦਾ ਹੈ। ਰਵਿਦਾਸ ਜੀ ਕਹਿੰਦੇ ਨਿੰਦਕ ਕਾ ਪ੍ਰਗਟ ਪਹਾਰਾ, ਨਿੰਦਕ ਦੀ ਦੁਕਾਨ ਪ੍ਰਗਟ ਹੋ ਜਾਂਦੀ ਹੈ, ਖੁੱਲ ਜਾਂਦੀ 2 4 10 20 ਦਿਨਾਂ ਵਿੱਚ, ਪਤਾ ਲੱਗ ਜਾਂਦਾ। ਉਹ ਬਦਨਾਮ ਹੋ ਜਾਂਦਾ ਹੈ, ਭ੍ਰਿਸ਼ਟ ਹੋ ਜਾਂਦਾ ਹੈ। ਕੋਈ ਬੰਦਾ ਉਹਦਾ ਵਿਸ਼ਵਾਸ ਹੀ ਨਹੀਂ ਕਰਦਾ ਕਿ ਇਹ ਤੇ ਅੰਦਰੋਂ ਹੋ ਰਿਹਾ ਤੇ ਬਾਹਰੋਂ ਹੋ ਰਿਹਾ। ਇਸ ਲਈ ਮੇਰੇ ਸਤਿਗੁਰਾਂ ਨੇ ਅੱਜ ਬਚਨ ਕਹੇ, ਕਹਿਣ ਲੱਗੇ ਨਿੰਦਕ ਜਿਹੜਾ ਹੈ ਉਹਦੇ ਜੀਵਨ ਦੇ ਵਿੱਚ ਉਹ ਆਪਣਾ ਬੜਾ ਸੁੰਦਰ ਜੀਵਨ ਜਿਹੜਾ ਹੈ ਉਹਨੂੰ ਨਸ਼ਟ ਕਰ ਲੈਂਦਾ ਹੈ। ਨਿੰਦਾ ਕਰਕੇ ਦੂਸਰਿਆਂ ਦੀ ਜਿਹੜੀ ਮੈਲ ਹੈ ਉਹ ਧੋ ਕੇ ਆਪਣੇ ਤੇ ਲਾ ਲੈਂਦਾ ਹੈ। ਇਹਾਂ ਸੁਖ ਨਹੀਂ ਦਰਗਹਿ ਢੋਈ, ਜੰਮਪੁਰ ਜਾਏ ਪਚਾਵੇ। ਨਾ ਤੇ ਉਹਨੂੰ ਇੱਥੇ ਢੋਈ ਮਿਲਦੀ, ਕਿਉਂਕਿ ਲੋਕ ਫਿਰ ਵਿਸ਼ਵਾਸ ਨਹੀਂ ਕਰਦੇ, ਗੱਲ ਸੁਣ ਵੀ ਲੈਂਦੇ ਨੇ, ਬਾਅਦ ਵਿੱਚ ਕਹਿੰਦੇ ਨੇ ਵੀ ਠੀਕ ਹੈ, ਇਹ ਵਿਅਕਤੀ ਜੋੜ ਕੇ ਗੱਲ ਕਰ ਰਿਹਾ ਹੈ। ਇਹਾਂ ਸੁਖ ਨਹੀਂ, ਨਾ ਇੱਥੇ ਕੋਈ ਵਿਸ਼ਵਾਸ ਕਰਦਾ ਹੈ। ਦਰਗਹਿ ਢੋਈ, ਤੇ ਉਸ ਰੱਬ ਨੇ ਤੇ ਵਿਸ਼ਵਾਸ ਕਰਨਾ ਹੀ ਕੀ ਹੈ ਜਿਹੜਾ ਅੰਦਰੋਂ ਪੜ ਲੈਂਦਾ ਹੈ। ਜੰਮਪੁਰ ਜਾਏ ਪਚਾਵੇ, ਤੇ ਫਿਰ ਇੱਕ ਤੀਜੀ ਥਾਂ ਹੈ ਜਿੱਥੇ ਤਫਤੀਸ਼ ਕੀਤੀ ਜਾਂਦੀ ਹੈ, ਜਿੱਥੇ ਮਨਾਇਆ ਜਾਂਦਾ ਵੀ 10 ਕੀਤਾ ਸੀ ਕਿ ਨਹੀਂ। ਜੰਮਪੁਰ ਜਾਏ ਪਚਾਵੇ, ਐਸਾ ਨਿੰਦਕ ਜੰਮਪੁਰ ਦੇ ਵਿੱਚ ਪਚ ਜਾਂਦਾ ਹੈ, ਭਾਵ ਜਮਾਂ ਦੇ ਕੋਲ ਚਲਾ ਜਾਂਦਾ ਹੈ।
ਨਿੰਦਕ ਨੇ ਆਪਣਾ ਅਹਿਲਾ ਜਨਮ ਗਵਾ ਲਿਆ। ਨਿੰਦਕ ਅਹਿਲਾ ਜਨਮ ਗਵਾਇਆ। ਅਹਿਲਾ ਦਾ ਅਰਥ ਹੈ ਬੜਾ ਸੋਹਣਾ। ਇਹਦੇ ਅਰਥ ਕਈ ਥਾਵਾਂ ਤੇ ਗਾਫਲ ਕੀਤੇ ਗਏ, ਪਰ ਅਹਿਲਾ ਸ਼ਬਦ ਆਲਾ ਤੋਂ ਬਣਿਆ, ਆਲਾ ਦਰਜੇ ਦਾ, ਬੜਾ ਵਧੀਆ ਸੋਹਣਾ ਜੀਵਨ। ਅਹਿਲਾ ਜੀਵਨ, ਬੜਾ ਸੋਹਣਾ ਜੀਵਨ ਨਿੰਦਕ ਨੇ ਗਵਾ ਲਿਆ। ਬੜਾ ਸੁੰਦਰ ਜੀਵਨ ਪ੍ਰਭੂ ਨੇ ਦਿੱਤਾ ਸੀ, ਤੇ ਨਿੰਦਾ ਦਾ ਪਾਪ ਕਰਕੇ ਉਸ ਮਨਮੁਖ ਨਿੰਦਕ ਨੇ ਆਪਣੇ ਇੰਨੇ ਸੁੰਦਰ ਜੀਵਨ ਨੂੰ ਗਵਾ ਦਿੱਤਾ ਹੈ। ਪਹੁੰਚ ਨਾ ਸਕੈ ਕਾਹੂ ਬਾਤੈ, ਆਗੈ ਠੌਰ ਨਾ ਪਾਇਆ ਰਹਾਉ। ਉਹ ਜਿੰਨੀਆਂ ਮਰਜ਼ੀ ਨਿੰਦਿਆ ਦੀਆਂ ਗੱਲਾਂ ਕਰ ਲੈ, ਪਰ ਜਿਹੜੇ ਗੁਰਮੁਖਾਂ ਦੀ ਉਹ ਨਿੰਦਿਆ ਕਰ ਰਿਹਾ ਉਹਨਾਂ ਤੱਕ ਪਹੁੰਚ ਨਹੀਂ ਸਕਦਾ। ਹੋ ਸਕਦਾ ਨਿੰਦਾ ਕਰਕੇ, ਕਿਉਂਕਿ ਬੜੇ ਬੜੇ ਤਰੀਕੇ ਨਿਕਲੇ ਨੇ ਨਿੰਦਿਆ ਕਰਨ ਦੇ, ਬੜੇ ਬੜੇ। ਹੁਣ ਤੇ ਅਖਬਾਰਾਂ ਵੀ ਨਿੰਦਿਆ ਦੀਆਂ ਨਿਕਲਦੀਆਂ ਨੇ। ਜਿੰਨਾ ਕੋਈ ਅਖਬਾਰ ਜ਼ਿਆਦਾ ਨਿੰਦਿਆ ਕਰਦੀ ਉਨੀ ਜ਼ਿਆਦਾ ਵਿਕਦੀ ਹੈ। ਇਹ ਮਾਨਸਿਕਤਾ ਹੈ। ਅਸੀਂ ਕਹਿ ਦਿੰਦੇ ਹਾਂ ਵੀ ਇਹ ਬਹੁਤ ਕਾਮਯਾਬ ਹੋ ਗਿਆ ਹੈ, ਇਹ ਪੱਤਰਿਕਾ ਜਿਹੜੀ ਬੜੀ ਕਾਮਯਾਬ ਨਹੀਂ ਹੈ। ਇਹ ਨਿਸ਼ਾਨੀ ਹੈ ਕਿ ਸਮਾਜ ਵਿੱਚ ਨਿੰਦਿਆ ਦੇ ਕਿੰਨੇ ਰੋਗੀ ਨੇ, ਕਿੰਨੇ ਰੋਗੀ ਹਨ ਨਿੰਦਿਆ ਦੇ ਰੋਗ ਦੇ। ਤੇ ਜਿੰਨੇ ਨਿੰਦਾ ਦੇ ਰੋਗੀ ਜ਼ਿਆਦੇ ਨੇ ਉਨੀ ਉਹ ਪੱਤਰਿਕਾ ਜ਼ਿਆਦਾ ਖਰੀਦਣਗੇ, ਕਿਉਂਕਿ ਆਪਣੀ ਖੁਰਾਕ ਤੇ ਬੰਦਾ ਖਰੀਦੇਗਾ ਹੀ ਨਾ। ਜੇ ਕੋਈ ਬੰਦਾ ਕੋਈ ਗੋਲੀ ਖਾਂਦਾ ਹੈ ਤੇ ਉਹਨੇ ਵਿਚਾਰੇ ਨੇ ਲੈਣੀ ਤੇ ਹੈ, ਭਾਵੇਂ ਕਿੱਥੋਂ ਮਿਲੇ ਉਹ। ਇਸ ਲਈ ਜਿਹੜੀ ਪੱਤਰਿਕਾ ਵਿੱਚ, ਜਿਹੜੇ ਰਸਾਲੇ ਵਿੱਚ, ਜਿਹੜੇ ਲੇਖ ਵਿੱਚ ਨਿੰਦਿਆ ਜ਼ਿਆਦਾ ਹੁੰਦੀ ਹੈ ਉਹ ਹੁਣ ਜ਼ਿਆਦਾ ਵਿਕੇਗੀ। ਤੇ ਬਿਜ਼ਨਸਮੈਨ ਬੜੇ ਸਿਆਣੇ ਹੁੰਦੇ ਨੇ, ਉਹ ਵੇਖ ਲੈਂਦੇ ਨੇ, ਸਮਾਜ ਦਾ ਮਨ ਪੜ੍ਹਦੇ ਨੇ ਪਹਿਲਾਂ। ਐਵੇਂ ਨਹੀਂ ਇਹ ਕੰਮ ਚੱਲਦੇ। ਉਹਨਾਂ ਨੇ ਮਾਇਆ ਕਮਾਉਣੀ, ਬਿਜ਼ਨਸ ਕਰਨਾ। ਕਿਵੇਂ? ਉਹ ਲੋਕਾਂ ਦਾ ਮਨ ਪੜ੍ਹਦੇ ਨੇ ਵੀ ਲੋਕਾਂ ਦੇ ਮਨ ਦੇ ਵਿੱਚ ਭੁੱਖ ਕਿਹੜੀ ਚੀਜ਼ ਦੀ ਜ਼ਿਆਦਾ ਹੈ। ਉਹਨਾਂ ਨੂੰ ਪਤਾ ਹੈ ਕਿ ਅੱਜ ਦੇ ਸਮਾਜ ਦੇ ਵਿੱਚ ਦੋ ਚੀਜ਼ਾਂ ਦੀ ਭੁੱਖ ਸਭ ਤੋਂ ਜ਼ਿਆਦਾ ਹੈ, ਇੱਕ ਅਸ਼ਲੀਲਤਾ ਦੀ, ਨੰਗੇਜ਼ ਦੀ, ਤੇ ਦੂਸਰੀ ਨਿੰਦਿਆ ਦੀ। ਇਸ ਕਰਕੇ ਉਹ ਦੋਵੇਂ ਚੀਜ਼ਾਂ ਵਰਤ ਲੈਂਦੇ ਨੇ। ਇਹ ਬਹੁਤ ਤਰੀਕੇ ਨੇ ਮਨੁੱਖ ਦੇ ਕੋਲ। ਚਾਰ ਸੱਜਣ ਬੈਠੇ ਸਨ, ਉਹਨਾਂ ਕਿਹਾ ਦੁਨੀਆ ਵਿੱਚ ਕਈ ਲੋਕਾਂ ਦਾ ਨਾਂ ਚੱਲਦਾ ਹੈ, ਸਾਨੂੰ ਕੋਈ ਪੁੱਛਦਾ ਹੀ ਨਹੀਂ। ਕੋਈ ਉਪਰਾਲਾ ਕਰੀਏ, ਕੋਈ ਯਤਨ ਕਰੀਏ। ਚਾਰ ਮਿੱਤਰ ਸਨ। ਇੱਕ ਸਿਆਣਾ ਸੀ। ਕਿਸੇ ਨੇ ਕਿਹਾ ਕੋਈ ਇਸ਼ਤਿਹਾਰ ਲਵਾਈਏ, ਕੋਈ ਐਡ ਦਈਏ, ਕੋਈ ਖਰਚਾ ਕਰੀਏ। ਉਹਨੇ ਕਿਹਾ ਲੋੜ ਹੀ ਕੋਈ ਨਹੀਂ ਖਰਚਾ ਕਰਨ ਦੀ। ਕਿਹੜੇ ਪਾਸੇ ਪੈਂਦੇ ਹੋ? ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ। ਕਿਹੜਾ ਤਰੀਕਾ? ਆ ਦੋ ਜਣੇ ਇੱਕ ਪਾਸੇ ਹੋ ਜਾਂਦੇ ਆ ਤੇ ਦੋ ਜਣੇ ਦੂਸਰੇ ਪਾਸੇ। ਤੁਸੀਂ ਅੱਜ ਸਾਡੇ ਖਿਲਾਫ ਨਿੰਦਿਆ ਦਾ ਬਿਆਨ ਦਿਓ ਵੀ ਇਹ ਬੰਦੇ ਬੜੇ ਗਲਤ ਨੇ, ਪਹਿਲੀ ਸੁਰਖੀ ਵਿੱਚ ਆ ਜਾਏਗਾ। ਦੋ ਚਾਰ ਗੱਲਾਂ ਕਹਿ ਦਿਓ, ਕੱਲ ਨੂੰ ਲੋਕ ਤੁਹਾਨੂੰ ਪੜ੍ਹਨਗੇ ਤੇ ਨਾਲ ਸਾਨੂੰ ਵੀ ਪੜ੍ਹਨਗੇ, ਕਿਉਂਕਿ ਜਿਹੜੇ ਨਿੰਦਿਆ ਕਰ ਰਹੇ ਨੇ ਉਹਨਾਂ ਨੂੰ ਵੀ ਪੜਾਂਗੇ ਆਪਾਂ, ਤੇ ਜਿਨ੍ਹਾਂ ਦੀ ਹੋ ਰਹੀ ਉਹਨਾਂ ਦੀ ਵੀ ਪੜਾਂਗੇ। ਚਾਰੇ ਬੰਦੇ ਸੁਰਖੀਆਂ ਵਿੱਚ ਆ ਗਏ। ਫਿਰ ਇੱਕ ਦੋ ਦਿਨ ਲੰਘੇ, ਫਿਰ ਉਹਨਾਂ ਨੇ ਕਿਹਾ ਹੁਣ ਜਿਨ੍ਹਾਂ ਦੀ ਨਿੰਦਿਆ ਹੋਈ ਸੀ ਉਹਨਾਂ ਜਵਾਬ ਦਿੱਤਾ। ਫਿਰ ਚਾਰੇ ਸੁਰਖੀਆਂ ਵਿੱਚ ਆ ਗਏ ਚੌਥੇ ਦਿਨ। ਇਸ ਤਰ੍ਹਾਂ ਚੌਥੇ ਪੰਜਵੇਂ ਦਿਨ ਇੱਕ ਦੂਜੇ ਦੀ ਨਿੰਦਿਆ ਕਰ ਕਰਕੇ ਇੱਕ ਦਿਨ ਉਹ ਸਮਾਜ ਵਿੱਚ ਗਏ। ਉਹ ਕਹਿੰਦੇ ਨੇ ਕਿਸੇ ਹੋਰ ਨੂੰ ਪੁੱਛਦੇ ਹੀ ਨਹੀਂ, ਕੋਈ ਨਾ ਹੀ ਸਾਡਾ ਚੱਲਦਾ ਦੁਨੀਆ ਵਿੱਚ। ਅੱਜ ਉਹਨੇ ਇਹ ਕਿਹਾ ਹੈ, ਦੂਸਰੇ ਨੇ ਅੱਜ ਇਹ ਕਿਹਾ ਹੈ, ਤੀਸਰੇ ਨੇ ਫਿਰ ਇਹ ਕਹਿ ਦਿੱਤਾ ਹੈ। ਬਸ ਇਸ ਤਰ੍ਹਾਂ ਵਪਾਰ ਚੱਲਦਾ ਹੈ। ਮਤ ਸਮਝਣਾ ਇਹ ਲੋਕ ਕੌਮ ਦਾ ਕੁਝ ਕਰ ਲੈਣਗੇ, ਨਹੀਂ। ਇਹ ਤੇ ਸਿਰਫ ਫੋਟੋਆਂ ਦੇ ਚਾਹਵਾਨ ਨੇ ਵੀ ਮੇਰਾ ਨਾਮ ਉੱਤੇ ਆ ਗਿਆ ਹੈ। ਬਸ ਇਹ ਤਰੀਕਾ ਹੈ ਫੇਮਸ ਹੋਣ ਦਾ। ਕਿਵੇਂ ਅੱਗੇ ਆ ਸਕਨੇ ਆ? ਜਿਨ੍ਹਾਂ ਦੇ ਵਿੱਚ ਦਰਦ ਹੈ ਉਹ ਤੇ ਚੁੱਪ ਕਰ ਗਏ ਨੇ। ਇਸ ਸਮੇਂ ਦੀ ਨਜਾਕਤ ਨੂੰ ਵੇਖ ਕੇ ਕਿ ਇਹ ਕੀ ਕਰ ਰਹੇ ਨੇ ਲੋਕ, ਇੰਨੀ ਵੱਡੀ ਚੀਜ਼ ਦੀ ਖਿੱਲੀ ਉਡਾ ਰਹੇ ਨੇ। ਇੰਨਾ ਵੱਡਾ ਖਜ਼ਾਨਾ, ਗੁਰੂ ਗ੍ਰੰਥ ਸਾਹਿਬ ਜੀ ਦਾ ਇੰਨਾ ਵੱਡਾ ਖਜ਼ਾਨਾ, ਜਿਹਦੇ ਬਾਰੇ ਇੱਕ ਮੁਸਲਮਾਨ ਫਕੀਰ ਕਹਿੰਦਾ ਅੰਮ੍ਰਿਤਸਰ ਦੀ ਧਰਤੀ ਤੇ 300 ਸਾਲੇ ਵਿੱਚ, ਤੁਸੀਂ ਸੁਣਿਆ ਹੋਵੇਗਾ ਲਾਈਵ ਵਿੱਚ। ਮੁਸਲਮਾਨ ਕੁਰਾਨ ਨੂੰ ਮੰਨਣ ਵਾਲਾ ਹੈ, ਕੁਰਾਨ ਪੜ੍ਹਦਾ ਹੈ। ਬਜ਼ੁਰਗ ਸਨ ਬੜੇ ਜਦੋਂ ਆਏ, 300 ਸਾਲਾ ਸੀ ਪਹਿਲੇ ਪ੍ਰਕਾਸ਼ ਦਾ, 400 ਸਾਲੇ ਵਿੱਚ। ਕੁਝ ਕਹੋ ਨੇ ਕਿਹਾ, ਮੈਂ ਬਹੁਤ ਜ਼ਿਆਦਾ ਨਹੀਂ ਕਹਿਣਾ, ਮੈਂ ਇੱਕੋ ਹੀ ਗੱਲ ਕਹਾਂਗਾ ਕਿ ਜਦੋਂ ਇਸ ਧਰਤੀ ਦੇ ਸਾਰੇ ਲੋਕ ਸਿਆਣੇ ਹੋ ਜਾਣਗੇ, ਉਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਆਪਣਾ ਗੁਰੂ ਮੰਨ ਲੈਣਗੇ। ਇਹ ਉਹਦੇ ਬਚਨ ਸਨ। ਦੂਜੇ ਮਜ਼ਹਬ ਦਾ ਹੈ।
ਹੁਣ ਇਹ ਕਿੰਨਾ ਵੱਡਾ ਖਜ਼ਾਨਾ ਤੇ ਆਪਾਂ ਕੀ ਕਰ ਰਹੇ ਹਾਂ। ਦੂਸਰੇ ਸਾਨੂੰ ਦੱਸ ਰਹੇ ਨੇ ਤੁਹਾਡੇ ਕੋਲ ਬੜਾ ਕੁਝ ਹੈ, ਪਰ ਆਪਾਂ ਕਿਹੜੇ ਕੰਮ ਵਿੱਚ ਲੱਗੇ ਹੋਏ। ਸਿਰਫ ਨਿੰਦਿਆ, ਇੱਕ ਦੂਜੇ ਦੀ ਪੈਰ ਖਿੱਚਣੇ, ਡਿੱਗਣਾ, ਤੇ ਲੋਕ ਵੀ ਇਹਨਾਂ ਨੂੰ ਵੇਖ ਵੇਖ ਕੇ ਚੁੱਪ ਕਰ ਗਏ ਨੇ। ਉਹ ਸਿਰਫ ਗੁਰੂ ਅੱਗੇ ਝੁਕੀ ਜਾ ਰਹੇ ਨੇ। ਇਸ ਲਈ ਨਿੰਦਾ ਦੇ ਅਰਥ ਉਹ ਪਹੁੰਚ ਨਹੀਂ ਸਕਦਾ ਕਿਤੇ। ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਪਹੁੰਚ ਨਾ ਸਕੈ ਕਾਹੂ ਬਾਤੇ। ਇਸ ਲਈ ਜਿੰਨੀ ਮਰਜ਼ੀ ਕਰ ਲੋ, ਕਿਤੇ ਨਹੀਂ ਪਹੁੰਚਿਆ ਜਾਏਗਾ। ਆ 2-4 ਸਾਲਾਂ ਦੀ ਗੱਲ ਹੈ, ਸਭ ਕੁਝ ਭ੍ਰਿਸ਼ਟ ਹੋ ਜਾਣਾ ਨਿੰਦਕਾਂ ਦਾ। ਅੱਧਾ ਕੁ ਤੇ ਹੋ ਗਿਆ, ਜਿਹੜਾ ਰਹਿੰਦਾ ਬਾਕੀ ਦਾ ਉਹ ਵੀ, ਕਿਉਂਕਿ ਨਿੰਦਕ ਆਪਣੇ ਆਪ ਹੀ ਭ੍ਰਿਸ਼ਟ ਹੋ ਜਾਂਦਾ, ਉਹਨੂੰ ਕਰਨਾ ਨਹੀਂ ਪੈਂਦਾ। ਜਿਹੜਾ ਮਨੁੱਖ ਮਿੱਟੀ ਵਿੱਚ ਲੇਟੇਗਾ, ਆਪਣੇ ਆਪ ਮਿੱਟੀ ਨਾਲ ਭਰਿਆ ਜਾਣਾ। ਇਸ ਕਰਕੇ ਇਹ ਸਤਿਗੁਰੂ ਇੱਕ ਗੱਲ ਕਹਿ ਰਹੇ ਨੇ, ਕਹਿਣ ਲੱਗੇ ਪਹੁੰਚ ਨਾ ਸਕੈ ਕਾਹੂ ਬਾਤੈ। ਉਹ ਕਿਸੇ ਗੱਲ ਵਿੱਚ ਪਹੁੰਚ ਨਹੀਂ ਸਕਦਾ, ਭਾਵ ਉਹ ਜਿਹੜੇ ਮਨਸੂਬੇ ਨਾਲ ਤੁਰਦਾ ਹੈ ਉਹਦੇ ਵਿੱਚ ਅਧੂਰਾ ਹੀ ਰਹਿੰਦਾ ਹੈ। ਕਿਰਤ ਭਇਆ ਨਿੰਦਕ ਬਪੁਰੇ ਕਾ, ਕਿਆ ਉਹ ਕਰੇ ਵਿਚਾਰਾ। ਫਿਰ ਇੱਕ ਸਵਾਲ ਉੱਠਦਾ ਹੈ ਵੀ ਇਹ ਨਿੰਦਕ ਨਿੰਦਾ ਕਿਉਂ ਕਰਦਾ ਹੈ। ਸਤਿਗੁਰੂ ਕਹਿੰਦੇ ਨੇ ਕਿਰਤ ਦਾ ਅਰਥ ਹੈ ਪੁਰਾਣੇ ਕਰਮ, ਕਿਰਤ ਕਰਮ ਜਿਹੜੇ ਉਹਨੇ ਕੀਤੇ ਨੇ। ਪਹਿਲਾਂ ਕਿਤੇ ਉਹਨੇ ਨਿੰਦਕ ਦੀ ਸੰਗਤ ਕੀਤੀ ਹੈ, ਉਹਦੇ ਕੋਲ ਬੈਠਾ, ਉਹਦੇ ਤੋਂ ਨਿੰਦਿਆ ਕਰਨ ਦੀ ਜਾਚ ਸਿੱਖੀ ਹੈ, ਤੇ ਫਿਰ ਉਹਨੇ ਨਿੰਦਿਆ ਕਰਨ ਦੀ ਜਾਚ ਸਿੱਖਣ ਤੋਂ ਬਾਅਦ ਉਹਦਾ ਸੁਭਾਅ ਬਣ ਗਿਆ, ਤੇ ਉਹਦਾ ਸੁਭਾਅ ਜਿਹੜਾ ਹੈ ਉਹ ਨਿੰਦਾ ਵਾਲਾ ਪੱਕ ਚੁੱਕਾ ਹੈ। ਤਾਹਾਂ ਬੇਗੂਤਾ ਜਹ ਕੋਈ ਨਾ ਰਾਖੈ, ਉਹ ਕਿਸ ਪੈ ਕਰੇ ਪੁਕਾਰਾ। ਐਸਾ ਨਿੰਦਕ ਐਸੀ ਅਵਸਥਾ ਵਿੱਚ ਚਲਾ ਜਾਂਦਾ ਹੈ ਕਿ ਉਹ ਕਿਸੇ ਕੋਲ ਪੁਕਾਰ ਵੀ ਕੀ ਕਰੇ, ਕਿਸੇ ਨੂੰ ਕੀ ਕਵੇ, ਕਿਉਂਕਿ ਉਸ ਦੇ ਦੁੱਖ ਦਾ ਇਲਾਜ, ਉਹਦੀ ਭ੍ਰਿਸ਼ਟਤਾਈ ਦਾ ਇਲਾਜ ਕਿਸੇ ਦੇ ਕੋਲ ਨਹੀਂ ਹੁੰਦਾ। ਨਿੰਦਕ ਕੀ ਗਤ ਕਤਹੂ ਨਾਹੀ, ਖਸਮੈ ਏਵੈ ਭਾਣਾ। ਨਿੰਦਕ ਦੀ ਗਤੀ ਨਹੀਂ ਹੁੰਦੀ, ਭਾਵੇਂ ਉਹਦੇ ਪਿੱਛੋਂ ਕਿੰਨੇ ਪਾਠ ਕਰਾ ਦਿੱਤੇ ਜਾਣ। ਦੁਨੀਆ ਦਾ ਕੋਈ ਵੀ ਤੀਰਥ ਨਿੰਦਕ ਨੂੰ ਗਤੀ ਨਹੀਂ ਦੇ ਸਕਦਾ, ਭਾਵ ਉਹਦੇ ਜੀਵਨ ਦੀ ਚਾਲ ਨਹੀਂ ਸੁਧਰ ਸਕਦੀ। ਐਸਾ ਨਿੰਦਕ ਪ੍ਰਵਾਨ ਨਹੀਂ ਹੋ ਸਕਦਾ। ਜੋ ਜੋ ਨਿੰਦ ਕਰੇ ਸੰਤਨ ਕੀ, ਤਿਉ ਸੰਤਨ ਸੁਖ ਮਾਨਾ। ਪਰ ਨਿੰਦਕ ਜਿਉਂ-ਜਿਉਂ ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਹੈ, ਤਿਉਂ-ਤਿਉਂ ਉਹਨਾਂ ਦਾ ਸੁਖ ਹੋਰ ਵੱਧਦਾ ਜਾਂਦਾ ਹੈ। ਉਹ ਵਾਪਸੀ ਈਰਖਾ ਨਹੀਂ ਕਰਦੇ, ਉਹ ਵਾਪਸ ਈਰਖਾ ਨਹੀਂ ਕਰਦੇ। ਉਹਨਾਂ ਦਾ ਸੁਖ ਤੇ ਆਨੰਦ ਜਿਹੜਾ ਹੈ ਉਹਦੇ ਵਿੱਚ ਵਾਧਾ ਹੁੰਦਾ ਜਾਂਦਾ ਹੈ। ਸੰਤਾਂ ਟੇਕ ਤੁਮਾਰੀ ਸੁਆਮੀ, ਤੂੰ ਸੰਤਨ ਕਾ ਸਹਾਈ। ਐਸੇ ਸੰਤਾਂ ਦੀ ਪ੍ਰਮਾਤਮਾ ਟੇਕ ਹੁੰਦੀ ਹੈ। ਪ੍ਰਭੂ ਤੂੰ ਉਹਨਾਂ ਦਾ ਸਹਾਰਾ ਹੈ, ਨਾਮ ਜਪਣ ਵਾਲਿਆਂ ਦਾ ਤੂੰ ਉਹਨਾਂ ਦੀ ਸਹਾਇਤਾ ਕਰਨਾ, ਤੂੰ ਸਦਾ ਉਹਨਾਂ ਦੇ ਅੰਗ ਸੰਗ ਹੈ। ਕਹੋ ਨਾਨਕ ਸੰਤ ਹਰ ਰਾਖੇ, ਨਿੰਦਕ ਦੀਏ ਰੁੜਾਈ। ਪਰਮਾਤਮਾ ਪ੍ਰਭੂ ਆਪਣੇ ਸੇਵਕਾਂ ਨੂੰ ਬਚਾ ਲੈਂਦਾ ਹੈ, ਉਹਨਾਂ ਦੀ ਇੱਜ਼ਤ ਰੱਖ ਲੈਂਦਾ ਹੈ, ਤੇ ਨਿੰਦਕਾਂ ਨੂੰ ਰੋੜ ਦਿੰਦਾ ਹੈ, ਭਾਵ ਉਹਨਾਂ ਨੂੰ ਭ੍ਰਿਸ਼ਟ ਕਰ ਦਿੰਦਾ ਹੈ। ਇਹ ਉਹਦੇ ਘਰ ਦਾ ਨਿਆਂ ਹੈ। ਆਓ ਗੁਰੂ ਕੇ ਚਰਨਾਂ ਵਿੱਚੋਂ ਉਹ ਦਾਤ ਮੰਗੀਏ ਜਿਹਦੇ ਮੰਗਣ ਦੇ ਨਾਲ ਆਪਾਂ ਨਿੰਦਿਆ ਦੇ ਇਸ ਦੁੱਖ ਤੋਂ ਬਚ ਸਕਨੇ ਹਾਂ। ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ, ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ। ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ। ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ। ਤੇਰਾ ਕੀਤਾ ਜਾਤੋ ਨਾਹੀ, ਤੇਰਾ ਕੀਤਾ ਜਾਤੋ ਨਾਹੀ। ਤੇਰਾ ਕੀਤਾ ਜਾਤੋ ਨਾਹੀ, ਤੇਰਾ ਕੀਤਾ ਜਾਤੋ ਨਾਹੀ। ਮੈਨੂੰ ਜੋਗ ਕੀ ਤੋਈ, ਨਾਨਕ ਨਾਮ ਮਿਲੇ, ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ। ਮੈਨੂੰ ਜੋਗ ਕੀ ਤੋਈ, ਨਾਨਕ ਨਾਮ ਮਿਲੇ। ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਨਿਰਗੁਣ ਆਰੇ ਕੋ ਗੁਣ ਨਾਹੀ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਨਿਰਗੁਣ ਆਰੇ ਕੋ ਗੁਣ ਨਾਹੀ।
ਵਾਹਿਗੁਰੂ 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 ਆਪੇ ਤਰਸ ਪਇਓਈ ਨਾਨਕ ਨਾਮ ਮਿਲੈ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੈ ਆਪੇ ਤਰਸ ਪਿਓਈ ਨਾਨਕ ਨਾਮ ਮਿਲੈ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੈ ਤਨ ਮਨ ਥੀਵੈ ਹਰਿਆ ਨਾਨਕ ਨਾਮ ਮਿਲੈ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੈ ਤਨ ਮਨ ਥੀਵੈ ਹਰਿਆ ਨਾਨਕ ਨਾਮ ਮਿਲੈ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੈ ਸਤਿਗੁਰੂ ਕਿਰਪਾ ਕਰਨ ਇਸ ਪਾਪ ਦੋਖ ਤੋਂ ਬਚਾ ਕੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਨ। ਇਨੀਆਂ ਬੇਨਤੀਆਂ ਪ੍ਰਵਾਨ ਹੋਈ।